ਉਜਬੇ ਜੋਗ ਦਾਸ ਗੋਬਿੰਦ ਫਤਿਹ ਖਾਲਸਾ। ਦਰਸ ਪਰਸ ਮਿਟੈ ਸੋਗ, ਚਾਹੇ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ। ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ। ਬਾਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੋ ਰੇ ਸੰਤੋਖ ਸਿੰਘ ਦੂਰ ਹੋਤੇ। ਰੀਤ ਮੇਟ ਜਾਤੀ ਕਥਾ बेदन पुराण की, श्री गुरु गोबिंद सिंह पावन परम सूर। मूरत न होती जप करुणा निधान की, एक अंकार सतगुरु तेह प्रसाद सच होए। वाहिगुरु जी की विघ्न विनाशन, श्री वाहिगुरु जी की फतेह। विघ्न विनाशन सोए। करें बेअदबी तीरथ केरी, त्यागै लघु शंका लेहो हेरी। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत। धन गुरु गोबिंद सिंह महाराज जियां दा इतिहास आपां सरवण करन वास्ते गुरु दरबार विच पहुंचे हाँ। पिछले दीवान विच सरवण कीता है। बाबा राम राय साहब जी गुरु पातशाह नूं मिल के अपने डेरे चले गए। सतगुरु महाराज जी चलदियां चलदियां कपाल मोचन नाम का एक तीरथ है, जगाधरी तो 7-8 मील की दूरी ते। विद्वानां का कथन है इन्नी दूर ते एक तीरथ का नाम है कपाल मोचन। कपाल नाम कपाली का है, खोपड़ी का है, ते मोचन नाम जिथे कटी जावे, जिथे कटी गई है खोपड़ी लथी है बांह दे नालों। इतिहास आपां ये कल सरवण कर लिया सी। सतगुरु इत्थे पहुँचे तो आके संगतां ने आख्या, कहन लगे महाराज ये लोग ना तीर्थ की बेअदबी करते, तीर्थ की नरादरी करते। उत्थे एक पानी का तलाब बनया होया, ये लोग मेले के बहाने नाल आके इत्थे गंदगी खिलारदे ने। सतगुरां ने सुनिया बचन ते महाराज ने अपने सूरमे जिहड़े सन सारे मेले विच महाराज कहंदे खिंड जाओ, थोड़ी थोड़ी दूरी ते जाके खड़ जाओ, वेखो किहड़ा बंदा की करदा, ते जिहड़ा तीर्थ की नरादरी करेगा ना उहनूं सज़ा देनी है। इतिहास बचन आपां कल सरवण कीते। जिवें महाराज कृपा करदे आओ सरवण करिए, मिल के आखिए सतनाम श्री वाहिगुरु साहिब जी। करें बेअदबी तीरथ केरी। सतगुरु पातशाह महाराज नूं दस्सिया कि महाराज ये लोग ना तीर्थ का नरादर करते आके। जदों पातशाह ने यह गल सुनी तो उस वेले फिर त्यागै लघु शंका लेहो हेरी। सो गुरमुखो लघ शंका तो भाव हुंदा पेशाब करना, बाथरूम करना। हुण पानी का तलाब बनया, संगत उथों पानी वरतदी है पीण वास्ते जां इशनान करन वास्ते, कढ के बाल्टी इशनान कर लवो। पर कुछ लोग उत्थे इहो जिहे मंदी मत वाले, गंदी मत वाले, माड़ी सोच वाले, गंदगी दे ढेर कुछ इहो जिहे लोग हुंदे, उस सरोवर दे जां उह तलाब दे जल दे विच जाके बाथरूम कर दिंदे। ते सतगुरु पातशाह कहंदे ध्यान रखो, ते जिहड़ा ये काम करदा उहनूं बन्न के इत्थे लै के आओ। ये तीर्थ की नरादरी करते हैं।
ਤੇ ਨਰਾਦਰੀ ਕਰਨ ਵਾਲੇ ਨੂੰ ਦੰਡ ਦੇਣਾ, ਸਜ਼ਾ ਦੇਣੀ ਹੈ। ਨਿਕਟ ਤਾਲ ਕੇ ਜੋ ਨਰ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜਿਹੜਾ ਕੋਈ ਤਾਲ ਦੇ ਨੇੜੇ ਜਾ ਕੇ, ਇਸ ਤਲਾਬ ਦੇ ਨੇੜੇ ਜਾ ਕੇ ਕੋਈ ਐਸੀ ਕਰਤੂਤ ਕਰਦਾ ਹੈ, ਕਰੈ ਪਖਾਰਨ ਘਰ ਵਿੱਚ ਕੋਏ। ਅਤੇ ਜਾਂ ਆਪਣੀ ਸਰੀਰ ਦੀ ਕਿਰਿਆ ਮਲ ਮੂਤਰ ਜਾ ਕੇ ਕਰਕੇ ਤੇ ਫਿਰ ਉੱਥੋਂ ਪਾਣੀ ਵਰਤਣਾ ਆ ਕੇ ਗੰਦੇ ਹੱਥਾਂ ਨਾਲ, ਜਾਂ ਇਹੋ ਜਿਹੇ ਕਰਮ ਵਾਸਤੇ ਪਾਣੀ ਵਰਤਣਾ ਮਲ ਮੂਤਰ ਤਿਆਗਣ ਵੇਲੇ। ਮਹਾਰਾਜ ਕਹਿੰਦੇ ਧਿਆਨ ਰੱਖੋ ਇਹਨਾਂ ਦਾ, ਖਿੱਲਰ ਜਾਓ ਸਾਰੇ ਜਾਣੇ, ਤੇ ਜਿਹੜਾ ਵੀ ਤੁਹਾਨੂੰ ਦਿਸ ਪਵੇ ਨਾ ਇਹ ਕੰਮ ਕਰਦਿਆਂ, ਉਹਨੂੰ ਛੱਡੋ ਨਾ, ਉਹਨੂੰ ਸਜ਼ਾ ਦਿਓ, ਬੰਨ੍ਹ ਕੇ ਲਿਆਉਣਾ ਕਰੋ। ਤਿਨ ਕੀ ਪਗਿਆ ਲਿਹੋ ਤਾਰੀ। ਇਹ ਉਹਨਾਂ ਦੀਆਂ ਪੱਗਾਂ ਉਤਾਰ ਕੇ ਤੇ ਮੁਸ਼ਕਾਂ ਬੰਨ੍ਹ ਲਵੋ। ਪੱਗ ਉਤਾਰਨ ਤੋਂ ਭਾਵ ਸੀ ਵੀ ਜਦੋਂ ਇਹਨਾਂ ਦੀ ਪੱਗ ਉਤਾਰ ਕੇ ਇਹਨਾਂ ਦੀਆਂ ਮੁਸ਼ਕਾਂ ਹੱਥ ਪੈਰ ਬੰਨਾਂਗੇ ਨਾ, ਤੇ ਸਾਰੇ ਮੇਲੇ ਦੇ ਲੋਕ ਵੇਖਣਗੇ ਵੀ ਇਹਨਾਂ ਨੇ ਪਿਸ਼ਾਬ ਕੀਤਾ ਤਲਾਬ ਦੇ ਵਿੱਚ, ਜਾਂ ਇਹਨਾਂ ਨੇ ਕੋਈ ਹੋਰ ਗੰਦਗੀ ਸੁੱਟੀ ਹੈ, ਇਹਨਾਂ ਨੂੰ ਸਜ਼ਾ ਦਿੱਤੀ ਹੈ ਮਹਾਰਾਜ ਨੇ। ਸਾਰੇ ਮੇਲੇ ਦੇ ਲੋਕਾਂ ਵਿੱਚ ਇਹਨਾਂ ਦੀ ਬੇਇੱਜ਼ਤੀ ਹੋਵੇਗੀ। ਇਹਨਾਂ ਵੱਲ ਵੇਖ ਕੇ ਦੂਜੇ ਵੀ ਡਰ ਜਾਣਗੇ ਵੀ ਉਹਦੀਆਂ ਮੁਸ਼ਕਾਂ ਮਹਾਰਾਜ ਨੇ ਬੱਧੀਆਂ ਪੱਗ ਲਵਾ ਕੇ ਤੇ ਸਾਡੀ ਵਾਰੀ ਨਾ ਕਿਤੇ ਆ ਜਾਵੇ। ਇਹ ਸਜ਼ਾ ਸੀ। ਇੱਕ ਤੇ ਸਜ਼ਾ ਹਲਕੀ ਹੈ, ਤੇ ਦੂਜਾ ਬਹੁਤ ਜ਼ਿਆਦਾ ਇਹ ਨਰਾਦਰੀ ਬੇਇੱਜ਼ਤ ਕਰਨ ਵਾਲੀ ਸਜ਼ਾ ਹੈ ਕਿ ਗਾਂ ਵਾਸਤੇ ਬੰਦਾ ਡਰੇ ਵੀ ਮੇਰੇ ਇਸ ਤਰ੍ਹਾਂ ਦੀ ਕੋਈ ਬੇਇੱਜ਼ਤੀ ਨਾ ਕਰੇ। ਨਹਿ ਮਾਰੋ ਦੀਜੈ ਬਹੁਗਾਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਮਾਰਨਾ ਥੋੜ੍ਹਾ ਜਿਹਾ ਘੱਟ ਹੈ, ਤੇ ਉੱਦਾਂ ਚਲੋ ਮੂੰਹੋਂ ਕੋਈ ਬੋਲ ਕਬੋਲ ਥੋੜ੍ਹੇ ਬਹੁਤੇ ਬਚਨ ਕਹਿ ਕੇ ਨਾ ਮੂੰਹੋਂ ਬੋਲ ਕੇ ਤਾੜ ਨਾ ਦੇ ਦਿਓ, ਥੋੜ੍ਹੀ ਸਜ਼ਾ ਦੇਣਾ ਕਰੋ। ਵਿਚਰੋ ਚੌਂ ਦਿਸ਼ ਤੀਰਥ ਕੇਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਖਿੱਲਰ ਜਾਓ ਤੀਰਥ ਦੇ ਚਾਰ ਚਫੇਰੇ, ਕੋਈ ਇੱਧਰ ਨੂੰ ਕੋਈ ਉੱਧਰ ਨੂੰ, ਤੇ ਦੂਰੋਂ ਨਿਗਰਾਨੀ ਰੱਖੋ ਵੀ ਇਹ ਕੀ ਕਰਦੇ ਹਨ। ਕਰੈ ਬੇਅਦਬੀ ਫਲ ਦੇਹੋ ਹੇਰ। ਤੇ ਇਹ ਵੇਖ ਕੇ ਇਹ ਨਹੀਂ ਵੀ ਕੋਈ ਬੰਦਾ ਵਿਚਾਰਾ ਉੱਦਾਂ ਹੀ ਖਲੋਤਾ ਹੋਵੇ ਮਰਜ਼ੀ ਨਾਲ, ਤੁਸੀਂ ਜਾ ਕੇ ਉਹਨੂੰ ਵੀ ਢਾਹ ਲਓ ਵੀ ਤੂੰ ਖਲੋਤਾ ਕਿਉਂ ਹੈ। ਐਸਾ ਨਹੀਂ ਹੈ। ਜਿਹੜਾ ਬੰਦਾ ਕਰਦਾ ਪਿਆ ਪਹਿਲਾਂ ਵੇਖੋ ਵੀ ਵਾਕਿਆ ਹੀ ਕਰਦਾ ਪਿਆ ਇਹ ਗਲਤ ਕੰਮ, ਤੇ ਫਿਰ ਉਹਨੂੰ ਨਾਲ ਦੀ ਨਾਲ ਸਜ਼ਾ ਦੇਣਾ ਕਰੋ। ਸੁਨ ਗੁਰ ਹੁਕਮ ਸੁਬਟ ਸਵਧਾਨੇ। ਕਹਿਣ ਲੱਗੇ ਵੀ ਉਸ ਵੇਲੇ ਮਹਾਰਾਜ ਦਾ ਹੁਕਮ ਸੁਣਿਆ ਤੇ ਮਹਾਰਾਜ ਦੇ ਸਿੱਖ ਸਾਵਧਾਨ ਹੋ ਗਏ ਹਨ। ਗਹੇ ਸਿਪਰ ਅਰ ਹਾਥ ਕਿਰਪਾਨੇ। ਇਹਨਾਂ ਨੇ ਹੱਥ ਵਿੱਚ ਕਿਰਪਾਨਾਂ ਤੇ ਢਾਲਾਂ ਉਸ ਵੇਲੇ ਫੜ ਲਈਆਂ ਹਨ। ਲਗ ਸ਼ੰਕਾ ਤਿਆਗਤ ਜੋ ਨੇਰੇ। ਇਹਨਾਂ ਨੇ ਵੇਖਿਆ ਜਿਹੜਾ ਬੰਦਾ ਲਘੂ ਸ਼ੰਕਾ ਕਰਦਾ ਪਿਆ ਨਾ, ਲਘੂ ਸ਼ੰਕਾ ਤੋਂ ਭਾਵ ਹੁੰਦਾ ਬਾਥਰੂਮ ਕਰਨਾ, ਪਿਸ਼ਾਬ ਕਰਨਾ, ਵੇਖਿਆ ਵੀ ਆ ਫਲਾਣਾ ਬੰਦਾ ਤਲਾਬ ਦੇ ਨੇੜੇ ਕਰਦਾ ਪਿਆ ਐਸੀ ਕਿਰਿਆ, ਤੇ ਉਸ ਵੇਲੇ ਫਿਰ ਵਿਚਰਤ ਜਿਤ ਕਿਤ ਨਰਕੋ ਹੇਰੇ। ਤੇ ਵੇਖਦੇ ਨੇ ਪਹਿਲਾਂ ਵੀ ਇਹ ਬੰਦਾ ਕਿੱਧਰੋਂ ਆਇਆ, ਕਿੱਧਰ ਨੂੰ ਚੱਲਿਆ, ਇੱਥੇ ਕੀ ਕਰਦਾ ਪਿਆ, ਚੰਗੀ ਤਰ੍ਹਾਂ ਉਹਦੇ ਉੱਪਰ ਨਿਗਰਾਨੀ ਰੱਖਦੇ ਹਨ। ਤਿਸ ਕੀ ਤੂਰਨ ਪਾਗ ਉਤਾਰੈ। ਜਿਹੜਾ ਕੋਈ ਇਹੋ ਜਿਹਾ ਕੰਮ ਕਰਦਾ ਨਾ ਉਹਦੀ ਫਿਰ ਪੱਗ ਲਾਹ ਕੇ ਉਹਦੇ ਸਿਰ ਤੋਂ ਉਹਦੀਆਂ ਮੁਸ਼ਕਾਂ ਬੰਨ੍ਹ ਲੈਂਦੇ ਹਨ। ਸਮਝਾਵੇ ਅਰ ਗਾਰ ਨਿਕਾਰੈ। ਨਾਲੇ ਸਮਝਾਉਂਦੇ ਨੇ, ਨਾਲੇ ਥੋੜਾ ਗਾਲੀ ਦੁੱਪੜ ਵੀ ਦਿੰਦੇ ਨੇ ਉਹਨੂੰ, ਮਾੜਾ ਮੋਟਾ ਸਜ਼ਾ ਦੇਣ ਵਾਸਤੇ ਗਾਲਾਂ ਵੀ ਚਾਰ ਮਿਲਦੀਆਂ, ਥੋੜ੍ਹੀਆਂ ਬਹੁਤੀਆਂ ਚਪੇੜਾਂ ਵੀ ਨਾਲ ਪੈ ਜਾਂਦੀਆਂ, ਬਾਕੀ ਹੋਰ ਹੀ ਧੱਕਾ ਮੁੱਕੀ ਜਿੰਨਾ ਕੁ ਹੈ ਹਲਕਾ ਹਲਕਾ ਜੋ ਵੀ ਨਾਲ ਹੁੰਦਾ ਹੈ। ਮੁੱਢੋਂ ਪਾਪ ਕਰਨ ਕੋ ਆਏ। ਇਹ ਜਿਹੜੇ ਮੁੱਢੋਂ ਭਾਵ ਹੁੰਦਾ ਮੂਰਖ, ਇਹ ਆਏ ਤੇ ਤੀਰਥ ਤੇ ਆਪਾਂ ਪਾਪ ਲਾਉਣ ਵਾਸਤੇ ਆ ਨਾ। ਤੀਰਥ ਤੇ ਤਾਂ ਜਾਈਦਾ ਸਾਡੇ ਪਾਪ ਲੈ ਜਾਣ, ਪਰ ਜਿਹੜਾ ਬੰਦਾ ਤੀਰਥ ਤੇ ਜਾ ਕੇ ਪਾਪ ਕਰੇ, ਇਹੋ ਜਿਹੀ ਗੰਦਗੀ ਫੈਲਾਵੇ ਜਾ ਕੇ ਤੀਰਥ ਤੇ ਫਿਰ ਉਹ ਮੂਰਖ ਹੀ ਹੋਇਆ ਨਾ ਜਿਹੜਾ ਇਸ ਤਰ੍ਹਾਂ ਦੇ ਕਰਮ ਕਰਦਾ ਹੈ। ਕੈ ਇਸ਼ਨਾਨ ਤੇ ਚਹਤ ਗਵਾਏ। ਇੱਥੇ ਚਾਹੀਦਾ ਤੁਸੀਂ ਵੀ ਇਸ਼ਨਾਨ ਕਰਕੇ ਤੇ ਪਾਪ ਗਵਾਈਏ ਆਪਣੇ, ਪਰ ਜੇ ਉੱਥੇ ਹੀ ਬੰਦਾ ਗਲਤ ਕੰਮ ਕਰੇ ਜਿੱਥੇ ਪਾਪ ਗਵਾਉਣੇ ਨੇ, ਫਿਰ ਉਹ ਮੂਰਖ ਹੋਇਆ ਹੈ। ਸੁਨ ਤੂਸ਼ਨ ਹੋਏ ਕਰਤਨ ਬੈਨ। ਇਸ ਤਰ੍ਹਾਂ ਫਿਰ ਸੁਣ ਕੇ ਸਿੱਖਾਂ ਦੇ ਬਚਨੋਂ ਲੋਕ ਚੁੱਪ ਕਰ ਜਾਂਦੇ ਹਨ। ਭਾਜੈ ਇਤ ਉਤ ਕਰ ਤਰਨੈਨ। ਤੇ ਕਹਿਣ ਲੱਗੇ ਵੀ ਉਸ ਵੇਲੇ ਚਪੇੜਾਂ ਖਾ ਕੇ ਮੁੱਕੇ ਠੁੱਡੇ ਖਾ ਕੇ ਫਿਰ ਜਦੋਂ ਛੁੱਟਦੇ ਨਾ ਸਿੱਖਾਂ ਕੋਲੋਂ ਤੇ ਭੱਜ ਜਾਂਦੇ, ਜਿੱਦਾਂ ਨੂੰ ਰਾਹ ਮਿਲਦਾ ਨੇੜੇ ਖੜਦੇ ਨਹੀਂ ਹਨ। ਆਛੀ ਪੰਨੈ ਸਕਲ ਮਨ ਜਾਣੈ। ਇਸ ਤਰ੍ਹਾਂ ਇਹ ਜਾ ਕੇ ਦੂਜਿਆਂ ਨੂੰ ਵੀ ਦੱਸਦੇ, ਕਹਿਣ ਲੱਗੇ ਉਹ ਭਾਈ ਮੈਂ ਆਹ ਗਲਤ ਕੰਮ ਕਰ ਬੈਠਾ ਤੇ ਮੈਨੂੰ ਮਿਲੀ ਹੈ ਸਜ਼ਾ, ਤੁਸੀਂ ਨਾ ਆਹ ਕੰਮ ਕਰਿਓ, ਦੂਜਿਆਂ ਨੂੰ ਜਾ ਕੇ ਦੱਸਦੇ ਹਨ। ਪਾਗ ਸ਼ਨਾਏ ਕਛੂ ਨ ਬਖਾਨੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪੱਗ ਵੀ ਲਵਾ ਲੈਂਦੇ, ਮੁਸ਼ਕਾਂ ਵੀ ਬੰਨ੍ਹ ਲੈਂਦੇ ਤੇ ਨਾਲ ਸਜ਼ਾ ਵੀ ਦਿੰਦੇ ਹਨ। ਇਮ ਲੈ ਜੋਧਾ ਬਲਵਾਨ। ਮਹਾਰਾਜ ਜੀਆਂ ਦੇ ਸੂਰਮੇ ਜਿਹੜੇ ਬੜੇ ਯੋਧੇ ਹਨ, ਕਰੈ ਸੰਭਾਰਨ ਕਰ ਇੱਕ ਥਾਨ। ਤੇ ਸਾਰਿਆਂ ਨੂੰ ਇੱਕ ਥਾਂ ਤੇ ਇਹਨਾਂ ਨੇ ਇਕੱਠੇ ਕਰ ਲਿਆ ਹੈ। ਤੀਨ ਦਿਵਸ ਲੋ ਵਿਚਗਤ ਐਸੇ। ਮਹਾਰਾਜ 3 ਦਿਨ ਇੱਥੇ ਕਪਾਲ ਮੋਚਨ ਨਾਮ ਦੇ ਤੀਰਥ
ਤੇ ਰਹੇ ਹਨ। ਪਗੀਆਂ ਕਰੈ ਉਤਾਰਨ ਤੈਸੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹੁਕਮ ਮੁਤਾਬਕ ਸਜ਼ਾ ਦੇਣ ਵਾਸਤੇ ਇਹਨਾਂ ਦੀ ਪੱਗ ਉਤਾਰ ਲੈਂਦੇ ਨੇ। ਸਭ ਨਰ ਜਿਹੇ ਕਹਿ ਮਿਲੇ ਅਲਾਵੈ। ਤੇ ਜਿਹੜਾ ਕੋਈ ਮਨੁੱਖ ਮਿਲਦਾ ਔਰ ਕਹਿੰਦਾ ਹੈ ਆ ਕੇ ਤੀਰਥ ਅਦਬ ਗੁਰੂ ਰਖਾਵੈ। ਉਹ ਦੱਸਦੇ ਨੇ ਭਾਈ ਵੀ ਮਹਾਰਾਜ ਬੜਾ ਚੰਗਾ ਕਰਦੇ ਪਏ। ਹਿੰਦੂ ਲੋਕ ਵੀ ਇੱਕ ਦੂਜੇ ਨੂੰ ਪੁੱਛਦੇ ਨਾ ਵੀ ਇਹ ਪੱਗ ਕਿਉਂ ਲਾਈ ਜਾਂਦੀ ਹੈ, ਕਿਉਂ ਬੰਦਿਆਂ ਨੂੰ ਬੰਨਿਆ ਹੋਇਆ, ਕਿਉਂ ਇਹਨਾਂ ਨੂੰ ਸਜ਼ਾ ਮਿਲਦੀ ਪਈ ਹੈ। ਤੇ ਦੂਜਾ ਹਿੰਦੂ ਵਿਅਕਤੀ ਦੱਸਦਾ, ਕਹਿਣ ਲੱਗਾ ਵੀ ਇਹ ਲੋਕ ਨਾ ਇੱਥੇ ਤੀਰਥ ਤੇ ਆ ਕੇ ਨਰਾਦਰੀ ਕਰਦੇ, ਤਲਾਬ ਦੇ ਵਿੱਚ ਬਾਥਰੂਮ ਕਰ ਜਾਂਦੇ, ਹੋਰ ਗੰਦਗੀ ਵਗੈਰਾ ਫੈਲਾਉਂਦੇ। ਤੇ ਮਹਾਰਾਜ ਤੀਰਥ ਨੂੰ ਪਵਿੱਤਰ ਰੱਖਣ ਵਾਸਤੇ ਔਰ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਮਹਾਰਾਜ ਇਹ ਕੰਮ ਕਰਵਾਉਂਦੇ ਹਨ। ਨਰ ਮੂਰਖ ਮਹਿਮਾ ਨਹਿ ਜਾਣੈ। ਇਹ ਮੂਰਖ ਲੋਕ ਇੱਥੋਂ ਦੀ ਮਹਿਮਾ ਜਾਣਦੇ ਨਹੀਂ। ਅਗ ਨਹਿ ਹਰੈ ਉਲਟ ਗਠ ਠਾਨੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਤੇ ਅੱਗ ਨਾਸ ਹੁੰਦੇ ਨਾ ਤੀਰਥ ਤੇ ਆ ਕੇ, ਤੇ ਇਹ ਲੋਕ ਸਗੋਂ ਹੋਰ ਕਰਕੇ ਜਾਂਦੇ ਹਨ। ਧੰਨ ਧੰਨ ਭਾਖੈ ਸਭ ਲੋਗ। ਸਾਰੇ ਆਖਦੇ ਮਹਾਰਾਜ ਧੰਨ ਹੋ, ਸ਼੍ਰੀ ਧੰਨ ਹੋ। ਗੋਬਿੰਦ ਸਿੰਘ ਠਾਨੈ ਜੋਗ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਸੇ ਨੇ ਜਿਹੜੇ ਯੋਗ ਨੇ ਭਾਈ, ਜਿਹੜਾ ਸਤਿਕਾਰ ਹੁੰਦਾ ਪਿਆ ਮਹਾਰਾਜ ਕਰਵਾਉਂਦੇ ਪਏ, ਇਹਨਾਂ ਤੋਂ ਬਿਨਾਂ ਕੌਣ ਕਰ ਸਕਦਾ ਹੈ। ਆਛੋ ਕਰਨ ਹੇਤ ਉਪਦੇਸ਼। ਸਤਿਗੁਰੂ ਜੀ ਚੰਗਾ ਉਪਦੇਸ਼ ਦੇਣ ਵਾਸਤੇ ਮਹਾਪੁਰਖ ਕੋ ਹੋਣ ਵਿਸ਼ੇਸ਼। ਤੇ ਇਹ ਬੜੇ ਵੱਡੇ ਮਹਾਂਪੁਰਖ ਨੇ ਜਿਨ੍ਹਾਂ ਨੇ ਐਸੇ ਕਰਮ ਕੀਤੇ ਹਨ। ਇਤਿਆਦਿਕ ਕਹਿ ਮਿਲ ਸਮੁਦਾਏ। ਇਸ ਤਰ੍ਹਾਂ ਕਹਿੰਦੇ ਨੇ ਲੋਕ ਇੱਕ ਦੂਜੇ ਨੂੰ ਮਿਲ ਮਿਲ ਕੇ। ਪਾਗ ਛਿਨਾਏ ਸੋਪਨ ਪਛਤਾਏ। ਜਿਨ੍ਹਾਂ ਨੇ ਪੱਗਾਂ ਖੁਆ ਲਈਆਂ ਆਪਣੀਆਂ, ਜਿਨ੍ਹਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਮੁਸ਼ਕਾਂ ਬੰਨ੍ਹੀਆਂ ਗਈਆਂ, ਸਜ਼ਾ ਵੀ ਮਿਲੀ ਹੈ, ਉਹ ਲੋਕ ਹੁਣ ਪਛਤਾਉਂਦੇ ਤੇ ਇੱਕ ਦੂਜੇ ਨੂੰ ਦੱਸਦੇ ਹਨ। 3 ਦਿਵਸ ਲਗ ਮੇਲ ਸਕੇਲੇ। ਤੇ 3 ਦਿਨ ਕਹਿੰਦੇ ਵੀ ਇੱਥੇ ਮੇਲੇ ਦਾ ਬੜਾ ਵੱਡਾ ਇਕੱਠ ਹੋਇਆ ਹੈ। ਕਰ ਪਗੀਨ ਕੋ ਕਾਜ ਸੁਹੇਲੇ। ਤੇ ਮਹਾਰਾਜ ਨੇ ਸੂਰਮੇ 3 ਦਿਨ ਆਪਣੇ ਥਾਵਾਂ ਥਾਵਾਂ ਤੇ ਰੋਕ ਰੱਖੇ, ਖੜੇ ਕਰ ਛੱਡੇ ਵੀ ਜਿੱਥੇ ਕੋਈ ਬੰਦਾ ਨਰਾਦਰੀ ਕਰਦਾ ਉਹਨੂੰ ਸਜ਼ਾ ਦੇਣੀ ਕਰੋ। ਜਗ ਮੈਂ ਸੂਝ ਸਲੀਨ ਬਹੁ ਤੇਰੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਫਿਰ ਬਹੁਤ ਜ਼ਿਆਦਾ ਜਸ ਜਿਹੜਾ ਨਾ ਉਹ ਮਿਲਦਾ ਪਿਆ ਹੈ। ਦਰਸੈ ਪੂਜੈ ਭਾਵ ਕਨੇਰੋ। ਤੇ ਸਤਿਗੁਰਾਂ ਦੇ ਦਰਸ਼ਨ ਕੋਈ ਕਰਦਾ ਹੈ ਤੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਕੋਈ ਪੂਜਾ ਕਰਦਾ ਹੈ। ਪਗਿਆ ਗੀਨੀ ਸਾਤ ਸਹਿ ਭਾਈ। ਕਹਿਣ ਲੱਗੇ ਵੀ 700 ਬੰਦਾ, ਇੱਕ ਨਹੀਂ ਦੋ ਨਹੀਂ, ਇਹ ਮੰਦੀ ਮਤ ਵਾਲੇ ਲੋਕ ਜਿਹੜੇ ਤੀਰਥ ਨੂੰ ਗੰਦਾ ਕਰਦੇ, ਤੀਰਥ ਦੀ ਨਰਾਦਰੀ ਕਰਦੇ, ਤੀਰਥ ਦੀ ਪਵਿੱਤਰਤਾ ਨਹੀਂ ਰਹਿਣ ਦਿੰਦੇ, ਉਹਨਾਂ ਦੀ ਗਿਣਤੀ 700 ਹੋਈ। 700 ਬੰਦਾ ਮਹਾਰਾਜ ਨੇ ਫੜਵਾਇਆ ਆਪਣੇ ਸੂਰਮਿਆਂ ਦੇ ਕੋਲੋਂ। 700 ਬੰਦੇ ਨੂੰ ਬੰਨ੍ਹ ਕੇ ਪੱਗਾਂ ਦੇ ਨਾਲ ਰੱਖਿਆ ਜਿਹੜੇ ਲੋਕ ਐਸਾ ਕਰਮ ਕਰਦੇ ਸਨ। ਧੋਵਨ ਹਿਤ ਧੁਬਿਆ ਕੋ ਦੇ। ਤੇ ਕਹਿਣ ਲੱਗੇ ਵੀ ਉਹਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਮੁਸ਼ਕਾਂ ਬੱਧੀਆਂ ਗਈਆਂ ਤੇ ਨਾਲ ਇਹਨਾਂ ਨੂੰ ਸਜ਼ਾ ਮਿਲੀ ਹੈ। ਕਰਕੇ ਤਿਆਰ ਗੁਰੂ ਟਿਗ ਆਨੀ। ਤੇ ਸਤਿਗੁਰੂ ਪਾਤਸ਼ਾਹ ਦੇ ਕੋਲ ਜਾ ਕੇ ਲਿਆਂਦੀਆਂ ਹਨ। ਮਲ ਬਿਨ ਰੁਚਰ ਸੁਪੈਦ ਮਹਾਨੀ। ਬੜੀਆਂ ਸੋਹਣੀਆਂ ਪੱਗਾਂ ਜਿਹੜੀਆਂ ਮੈਲ ਤੋਂ ਰਹਿ ਤੇ ਚਿੱਟੇ ਰੰਗ ਦੀਆਂ ਹਨ। ਆਗਲ ਪਾਛਲ ਕਰ ਇਕਠਾਈ। ਇਹ ਸਾਰੀਆਂ ਪੱਗਾਂ ਉਸ ਵੇਲੇ ਇਕੱਠੀਆਂ ਕਰਕੇ ਗਨ ਮਸੰਦ ਸਿੱਖ ਲਏ ਬੁਲਾਈ। ਮਹਾਰਾਜ ਨੇ ਮਸੰਦ ਤੇ ਸਿੱਖ ਉਸ ਵੇਲੇ ਬੁਲਾ ਲਏ ਹਨ। ਸਭ ਕੇ ਸੀਸ ਦਈ ਬੰਦਵਾਏ। ਤੇ ਜਿਹੜੇ ਯੋਗ ਵਿਅਕਤੀ ਸਨ, ਤੀਰਥ ਦੀ ਪਰੰਪਰਾ ਰੱਖਣ ਵਾਲੇ, ਤੀਰਥ ਦਾ ਸਤਿਕਾਰ ਰੱਖਣ ਵਾਲੇ, ਤੀਰਥ ਦੀ ਸੇਵਾ ਕਰਾਉਣ ਵਾਲੇ, ਉਹਨਾਂ ਯੋਗ ਵਿਅਕਤੀਆਂ ਨੂੰ ਇਹ ਪੱਗਾਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਹਨ। ਇਸ ਪ੍ਰਕਾਰ ਦੇ ਕਰ ਸਿਰੁ ਪਾਏ। ਸੰਗਤ ਨੂੰ ਵੀ ਮਹਾਰਾਜ ਸਿਰੋਂ ਪਾਓ ਬਖਸ਼ਿਸ਼ ਕਰਦੇ। ਸੰਗਤ ਬ੍ਰਿੰਦ ਮਸੰਦ ਜੇ ਆਏ। ਬੇਅੰਤ ਸੰਗਤਾਂ ਮਹਾਰਾਜ ਦੇ ਕੋਲ ਤੇ ਬੇਅੰਤ ਮਸੰਦ ਆਉਂਦੇ ਹਨ। ਕਰੇ ਵਿਦਾ ਸਭ ਸਦਨ ਸਿਦਾਏ। ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਇਸ ਤਰ੍ਹਾਂ ਸਾਰਿਆਂ ਨੂੰ ਵਿਦਾ ਕੀਤਾ ਤੇ ਆਪੋ ਆਪਣੇ ਘਰ ਨੂੰ ਚਲੇ ਗਏ। ਕੇਤਕ ਦਿਨ ਰਾਖਿਓ ਡਹਿ ਡੇਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੁਝ ਕੁ ਦਿਨ ਉੱਥੇ ਕਪਾਲ ਮੋਚਨ ਨਾਮ ਦੇ ਤੀਰਥ ਤੇ ਰਹੇ ਹਨ। ਕਈ ਬਾਰ ਚੜ ਗਏ ਅਖੇਰਾ। ਤੇ ਸਤਿਗੁਰੂ ਇੱਥੋਂ ਹੀ ਚੜ ਕੇ ਸ਼ਿਕਾਰ ਨੂੰ ਜਾਂਦੇ ਤੇ ਸ਼ਿਕਾਰ ਖੇਡ ਕੇ ਫਿਰ ਇੱਥੇ ਆ ਜਾਂਦੇ ਹਨ। ਅਨਕ ਬਿਦਨ ਕੇ ਕਰ ਬਿਲਾਸਾ। ਸਤਿਗੁਰੂ ਪਾਤਸ਼ਾਹ ਜੀ ਇੱਥੇ ਕਈ ਤਰ੍ਹਾਂ ਦੇ ਕੌਤਕ ਮਹਾਰਾਜ ਕਰਦੇ ਹਨ। ਜਗ ਤੀਰਥ ਪਰ ਕੀਨਸ ਬਾਸਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਨੇ ਯੁਗ ਤੀਰਥ, ਯੁਗ ਤੋਂ ਭਾਵ ਹੁੰਦਾ ਕਪਾਲ ਮੋਚਨ ਨਾਮ ਦੇ। ਸੋ ਕਹਿਣ ਲੱਗੇ ਨਾਲ ਹੀ ਨਾ ਕੋਲ ਹੀ ਰਿਣ ਮੋਚਨ ਨਾਮੇ ਦੂਸਰਾ ਤਲਾਉ ਵੀ ਤੀਰਥ ਹੈ। ਸੁਨ ਸੋ 2 ਤੀਰਥ ਨੇ ਇੱਥੇ, ਇੱਕ ਦਾ ਨਾਮ ਹੈ ਕਪਾਲ ਮੋਚਨ, ਦੂਜੇ ਦਾ ਨਾਮ ਹੈ ਰਿਣ ਮੋਚਨ। ਇਹ 2 ਤੀਰਥ ਨੇ ਨੇੜੇ ਨੇੜੇ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ। ਸੋ ਕਹਿਣ ਲੱਗੇ ਵੀ ਇੱਥੇ ਮਹਾਰਾਜ ਸਾਹਿਬ ਜੀਆਂ ਨੇ ਫਿਰ ਜਾ ਕੇ ਕੁਝ ਦਿਨ ਰਹਿਣਾ ਕੀਤਾ ਹੈ। ਸੁਨ ਸੁਨ ਸੇਵਕ ਸਮੁਦਾਏ। ਸੁਣ ਸੁਣ ਕੇ ਮਹਾਰਾਜ ਦੇ ਸਿੱਖ ਸੇਵਕ ਜਿੰਨੇ ਹਨ, ਧਰ ਧਰ ਭਾਵ ਦਰਸ ਕੋ ਆਏ। ਸਾਰੇ ਭਾਵਨਾ ਧਰ ਧਰ ਕੇ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਹਨ।
ਜਥਾ ਸ਼ਕਤ ਕੀ ਧਰੈ ਅਕੋਰ। ਜਿੰਨੀ ਕੋਈ ਭੇਟਾ ਮਹਾਰਾਜ ਜੀਆਂ ਨੂੰ ਰੱਖ ਸਕਦਾ ਰੱਖ ਕੇ ਨਮਸਕਾਰਾ ਕਰਦੇ ਹਨ। ਕਦਮ ਪਦਮ ਬੰਦੈ ਕਰ ਜੋਰ। ਤੇ ਸਤਿਗੁਰਾਂ ਦੇ ਪਵਿੱਤਰ ਜਿਹੜੇ ਚਰਨ ਨੇ ਉਹਨਾਂ ਤੇ ਸੰਗਤਾਂ ਮੱਥਾ ਟੇਕਦੀਆਂ ਹਨ। ਧਰੈ ਕਾਮਨਾ ਪਾਏ ਸਿਧਾਰੈ। ਜਿਹੜਾ ਕੋਈ ਕਾਮਨਾ ਲੈ ਕੇ ਆਇਆ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਕਾਮਨਾ ਪੂਰੀ ਕਰਦਾ ਹੈ। ਅਨਕ ਪ੍ਰਕਾਰ ਸੁਜਿਸ ਵਿਸਥਾਰੈ। ਤੇ ਅਨੇਕ ਤਰ੍ਹਾਂ ਦਾ ਸ੍ਰੇਸ਼ਟ ਜਸ ਮਹਾਰਾਜ ਜੀਆਂ ਦਾ ਸੰਗਤਾਂ ਕਰਦੀਆਂ ਜਾਂਦੀਆਂ ਹਨ। ਪੁਨ ਸਤਿਗੁਰ ਕਰਕੈ ਇਸ਼ਨਾਨਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਇਸ਼ਨਾਨ ਪਾਨ ਕਰਕੇ ਚਹਿਤ ਪਾਵਟ ਕੀਸ ਪਿਆਨਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਪਾਉਂਟਾ ਸਾਹਿਬ ਦੀ ਧਰਤੀ ਨੂੰ ਜਾਣਾ ਚਾਹੁੰਦੇ। ਪਾਉਂਟਾ ਸਾਹਿਬ ਦੀ ਧਰਤੀ ਨੂੰ ਵਾਪਸ ਮਹਾਰਾਜ ਮੁੜਨਾ ਚਾਹੁੰਦੇ ਹਨ। ਗੁਰਜਤ ਬਹੁ ਰਣਜੀਤ ਨਗਾਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਖਿਆ ਵੀ ਰਣਜੀਤ ਨਗਾਰਾ ਜੋ ਹੈ ਵਜਾਇਆ ਜਾਵੇ। ਮਹਾਰਾਜ ਦਾ ਹੁਕਮ ਸੁਣ ਕੇ ਉਸ ਵੇਲੇ ਸਿੱਖਾਂ ਨੇ ਕਹਿਣ ਲੱਗੇ ਵੀ ਰਣਜੀਤ ਨਗਾਰਾ ਉਸ ਵੇਲੇ ਵਜਾਇਆ ਤੇ ਬਹੁਤ ਉਸ ਦੀ ਆਵਾਜ਼ ਹੈ। ਚੜੀ ਬਾਹਨੀ ਹੋਏ ਹੋਏ ਤਿਆਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਜਿਹੜੀ ਫੌਜ ਹੈ ਨਾ ਜਦੋਂ ਰਣਜੀਤ ਨਗਾਰਾ ਵੱਜਿਆ ਤੇ ਫੌਜਾਂ ਤਿਆਰ ਹੋ ਕੇ ਉਸ ਵੇਲੇ ਸ਼ਸਤਰਾਂ ਬਸਤਰਾਂ ਦੇ ਸਮੇਤ ਚੜ੍ਹ ਕੇ ਚੱਲੀਆਂ ਹਨ। ਪੰਥ ਪਾਵਟੇ ਚੱਲ ਕਰ ਗਏ। ਤੇ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਕਪਾਲ ਮੋਚਨ ਨਾਮ ਦੇ ਤੀਰਥ ਤੋਂ ਜਗਾਦਰੀ ਤੋਂ ਕਹਿ ਲਈਏ ਆਪਾਂ ਵੀ ਘੋੜੇ ਤੇ ਸਵਾਰ ਹੋ ਕੇ ਤੇ ਵਾਪਸ ਪਾਉਂਟਾ ਸਾਹਿਬ ਨੂੰ ਚਲੇ ਗਏ ਹਨ। ਇੱਕ ਨਿਸ ਮਗ ਬਸ ਪਹੁੰਚਤ ਤੇ ਭਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਕ ਰਾਤ ਰਾਹ ਵਿੱਚ ਲੱਗੀ ਹੈ ਤੇ ਇੱਕ ਰਾਤ ਰਹਿ ਕੇ ਤੇ ਫਿਰ ਮਹਾਰਾਜ ਅੱਗੇ ਚਲੇ ਗਏ ਹਨ। ਬਸੇ ਪਾਵਟੇ ਪੁਰ ਵਿਖੇ ਹਇਆ ਸੈਨਾ ਸਮੁਦਾਏ। ਸਤਿਗੁਰੂ ਪਾਤਸ਼ਾਹ ਜੀ ਚੱਲ ਕੇ ਗੁਰਮੁਖੋ ਪਟਨਾ ਪਾਉਂਟਾ ਸਾਹਿਬ ਪਹੁੰਚ ਗਏ ਨੇ ਤੇ ਪਾਉਂਟਾ ਸਾਹਿਬ ਮਹਾਰਾਜ ਜੀਆਂ ਦੀ ਫੌਜ ਵੀ ਸਤਿਗੁਰਾਂ ਦੇ ਨਾਲ ਹੈ। ਮੰਗਲ ਅਨਕ ਪ੍ਰਕਾਰ ਕੇ ਦਿਨ ਪ੍ਰਤ ਗਨ ਸਮੁਦਾਏ। ਤੇ ਸਤਿਗੁਰਾਂ ਦੇ ਸੋ ਦਿਨਾਂ ਪ੍ਰਤੀ ਮੰਗਲ ਕਹੀਏ ਖੁਸ਼ੀਆਂ ਹੋ ਰਹੀਆਂ। ਦਿਨਾਂ ਪ੍ਰਤੀ ਦਿਨ ਰੋਜ਼ ਹਰ ਰੋਜ਼ ਗੁਰੂ ਘਰ ਦੇ ਵਿੱਚ ਬੇਅੰਤ ਖੁਸ਼ੀਆਂ ਹੋ ਰਹੀਆਂ ਅਤੇ ਬੇਅੰਤ ਸੰਗਤਾਂ ਜਿਹੜੀਆਂ ਨੇ ਦਿਨਾਂ ਪ੍ਰਤੀ ਰੋਜ਼ ਦੀ ਰੋਜ਼ ਮਹਾਰਾਜ ਦੇ ਕੋਲ ਆਉਂਦੀਆਂ ਹਨ। ਜਿਤ ਕਿਤ ਤੇ ਗਨ ਸੰਗਤ ਆਵੇ। ਜਿੱਧਰੋਂ ਕਿਧਰੋਂ ਬੇਅੰਤ ਸੰਗਤਾਂ ਮਹਾਰਾਜ ਦੇ ਦਰਬਾਰ ਵਿੱਚ ਆਉਂਦੀਆਂ ਹਨ। ਬਸਤਰ ਸ਼ਸਤਰ ਬਹੁ ਵਿਦ ਅਰਪਾਵੇ। ਸਤਿਗੁਰਾਂ ਨੂੰ ਕਈ ਤਰ੍ਹਾਂ ਦੇ ਬਸਤਰ ਕਈ ਤਰ੍ਹਾਂ ਦੇ ਸ਼ਸਤਰ ਸੰਗਤ ਵੱਲੋਂ ਭੇਟ ਹੁੰਦੇ ਹਨ। ਬਹੁ ਮੋਲੇ ਹੈ ਤੁਰਕੀ ਤਾਜ਼ੀ। ਤੇ ਕੋਈ ਮਹਾਰਾਜ ਜੀਆਂ ਦੇ ਵਾਸਤੇ ਤੁਰਕੀ ਜਿਹੜੇ ਘੋੜੇ ਨੇ ਉਹ ਲੈ ਕੇ ਆਉਂਦਾ। ਤੁਰਕ ਦੇਸ਼ ਦੇ ਜਿਹੜੇ ਘੋੜੇ ਤੁਰਕੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਹਿਣ ਲੱਗੇ ਵੀ ਇਹ ਘੋੜੇ ਬੜੇ ਕੀਮਤੀ ਔਰ ਬੜੇ ਗੁਣੀ ਘੋੜੇ ਨੇ ਗੁਣਾਂ ਵਾਲੇ ਸਵਾਰੀ ਕਰਨ ਨੂੰ ਬੜੇ ਚੰਗੇ ਐਸੇ ਘੋੜੇ ਮਹਾਰਾਜ ਦੇ ਕੋਲ ਆਉਂਦੇ ਹਨ। ਚੱਪਲ ਬਲੀ ਆਨੇ ਬਿਰਬਾਜੀ। ਇਹ ਘੋੜੇ ਬੜੇ ਬਲ ਵਾਲੇ ਔਰ ਚੰਚਲ ਨੇ ਤੇ ਸੁੰਦਰ ਸੋਹਣੇ ਘੋੜੇ ਸੰਗਤਾਂ ਖਰੀਦ ਕੇ ਲਿਆਉਂਦੀਆਂ ਹਨ। ਬਿਦਤ ਬਾਤ ਸਭ ਜਗਤ ਮਝਾਰ। ਇਹ ਗੱਲ ਜਿਹੜੀ ਹੈ ਨਾ ਸਾਰਿਆਂ ਵਿੱਚ ਪ੍ਰਗਟ ਹੋ ਗਈ ਮਸ਼ਹੂਰ ਹੋ ਗਈ ਵੀ ਮਹਾਰਾਜ ਸਾਹਿਬ ਜੀਆਂ ਦੇ ਕੋਲ ਐਸੀਆਂ ਵਸਤੂਆਂ ਆ ਰਹੀਆਂ ਹਨ। ਸਤਿਗੁਰ ਚਾਹਤ ਹੈ ਹਥਿਆਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਥਿਆਰ ਜਿਹੜੇ ਚਾਹੁੰਦੇ ਨੇ ਸੋ ਮਹਾਰਾਜ ਸਾਹਿਬ ਜੀ ਹਥਿਆਰ ਵੀ ਚਾਹੁੰਦੇ ਨੇ ਕੋਲ ਅਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਸੋ ਕਹਿਣ ਲੱਗੇ ਵੀ ਘੋੜੇ ਵੀ ਚਾਹੁੰਦੇ। ਇਹ ਗੱਲ ਸੰਗਤਾਂ ਵਿੱਚ ਦੂਰ ਤੱਕ ਪਹੁੰਚ ਗਈ ਹੈ। ਸੁਨ ਸਿੱਖ ਬਹੁ ਯਤਨ ਉਪਾਵੈ। ਫਿਰ ਬੜੋ ਸੁਨ ਸਿੱਖ ਬਹੁ ਯਤਨ ਉਪਾਵੈ। ਇਹ ਬਚਨ ਸੁਣ ਕੇ ਤੇ ਸੰਗਤਾਂ ਫਿਰ ਯਤਨ ਕਰਦੀਆਂ ਗੁਰੂ ਕੇ ਸਿੱਖ ਵੀ ਮੈਂ ਵੀ ਘੋੜਾ ਲੈ ਕੇ ਜਾਵਾਂ। ਦੂਜਾ ਆਖਦਾ ਮੈਂ ਘੋੜਾ ਲੈ ਕੇ ਜਾਵਾਂ। ਕੋਈ ਆਖਦਾ ਮੈਂ ਮਹਾਰਾਜ ਵਾਸਤੇ ਸ਼ਸਤਰ ਲੈ ਕੇ ਜਾਵਾਂ। ਜਿਵੇਂ ਕਿਸੇ ਨੂੰ ਪਤਾ ਲੱਗਦਾ ਉਵੇਂ ਕੋਈ ਮਹਾਰਾਜ ਵਾਸਤੇ ਲੈ ਕੇ ਆਉਂਦੇ ਹਨ। ਜਿਤ ਕਿਤ ਦਰਬ ਕੇ ਦੇ ਤੇ ਲਿਆਵੇ। ਅਤੇ ਕੋਈ ਮਹਾਰਾਜ ਵਾਸਤੇ ਪੈਸੇ ਖਰਚ ਕੇ ਸ਼ਸਤਰ ਖਰੀਦ ਕੇ ਲਿਆਉਂਦਾ। ਕੋਈ ਪੈਸੇ ਖਰਚ ਕੇ ਘੋੜਾ ਖਰੀਦ ਕੇ ਲਿਆਉਂਦਾ। ਤੇ ਕੋਈ ਸੰਗਤ ਵਿੱਚ ਉਹ ਵੀ ਵਿਅਕਤੀ ਹੈ ਜਿਹੜਾ ਮਾਇਆ ਹੀ ਅਰਪਣ ਕਰ ਦਿੰਦਾ ਵੀ ਮਹਾਰਾਜ ਆ ਮੇਰੇ ਵੱਲੋਂ ਭੇਟ ਆਪ ਜੀ ਲੈ ਕੇ ਤੇ ਆਪੇ ਹੀ ਆਪਣੀ ਮਰਜ਼ੀ ਦਾ ਘੋੜਾ ਜਾਂ ਸ਼ਸਤਰ ਜਿਹੜਾ ਖਰੀਦ ਲੈਣਾ ਕਰੋ। ਬ੍ਰਿੰਦ ਬਲਾਇਤ ਤੇ ਹਥਿਆਰ। ਇਸ ਤਰ੍ਹਾਂ ਵਲਾਇਤ ਤੋਂ ਦੂਜਿਆਂ ਦੇਸ਼ਾਂ ਤੋਂ ਬੜੇ ਸੋਹਣੇ ਹਥਿਆਰ ਬਣਾ ਕੇ ਸ਼ਸਤਰ ਬਣਾ ਕੇ ਮਹਾਰਾਜ ਦੇ ਭੇਟ ਹੁੰਦੇ ਹਨ। ਖਰਚਾ ਧਨ ਕੋ ਰੁਚਰ ਨਿਹਾਰ। ਤੇ ਸੰਗਤਾਂ ਜਿਹੜੀਆਂ ਨਾ ਵੇਖਦੀਆਂ ਜਾ ਕੇ ਵੀ ਐਸ ਕਾਰੀਗਰ ਦੇ ਕੋਲ ਬੜਾ ਸੋਹਣਾ ਸ਼ਸਤਰ ਹੈ। ਭਾਵੇਂ ਕਿ ਉਹ ਮਹਿੰਗੇ ਮੁੱਲ ਦਾ ਹੀ ਹੈ ਚੰਗੀ ਤਰ੍ਹਾਂ ਵੇਖ ਕੇ ਪਰਖ ਕਰਕੇ ਉਹ ਫਿਰ ਸ਼ਸਤਰ ਖਰੀਦਿਆ ਜਾਂਦਾ ਤੇ ਮਹਾਰਾਜ ਨੂੰ ਲਿਆ ਕੇ ਦਿੱਤਾ ਜਾਂਦਾ। ਵੇਖਿਆ ਜਾਂਦਾ ਵੀ ਇਹ ਘੋੜਾ ਬੜਾ ਗੁਣ ਵਾਲਾ ਤੇ ਬਲ ਵਾਲਾ ਬੜਾ ਚੰਗਾ ਉਹਦੇ ਤੇ ਪੈਸਾ ਖਰਚ ਕੇ ਘੋੜਾ ਮਹਾਰਾਜ ਨੂੰ ਭੇਟ ਕੀਤਾ ਜਾਂਦਾ।
ਇਸ ਤਰ੍ਹਾਂ ਬੜੇ ਬਲ ਵਾਲੇ ਘੋੜੇ ਤੇ ਬਲ ਵਾਲੇ ਜਿਹੜੇ ਹਥਿਆਰ ਮਹਾਰਾਜ ਦੇ ਦਰਬਾਰ ਆਉਂਦੇ ਹਨ। ਜਬ ਅਰਪੈ ਸਤਿਗੁਰ ਕੇ ਤੀਰ, ਤੇ ਸਤਿਗੁਰਾਂ ਨੂੰ ਜਦੋਂ ਲਿਆ ਕੇ ਸੰਗਤਾਂ ਅਰਪਣ ਕਰਦੀਆਂ, ਭੇਟ ਕਰਦੀਆਂ ਆਪੋ ਆਪਣੀਆਂ ਜਿਹੜੀਆਂ ਵਸਤੂਆਂ ਹਨ, ਖੁਸ਼ੀ ਦੇਤ ਸਿੱਖਨ ਗੰਭੀਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਬਹੁਤੀ ਖੁਸ਼ੀ ਜਿਹੜੀ ਹੈ ਨਾ ਉਹ ਆਪਣੇ ਸਿੱਖਾਂ ਦੇ ਉੱਪਰ ਬਖਸ਼ਿਸ਼ ਕਰਦੇ। ਜਿਹੜਾ ਕੋਈ ਵਧੀਆ ਘੋੜਾ ਲੈ ਕੇ ਆਉਂਦਾ ਉਹ 'ਤੇ ਵੀ ਬੇਅੰਤ ਖੁਸ਼ੀ ਹੁੰਦੀ ਮਹਾਰਾਜ ਦੀਆਂ, ਤੇ ਜੇ ਕੋਈ ਸੋਹਣਾ ਸ਼ਸਤਰ ਲੈ ਕੇ ਆਉਂਦਾ ਉਹਦੇ 'ਤੇ ਵੀ ਬੜੀ ਖੁਸ਼ੀ ਕਰਦੇ ਹਨ। ਸੈਫ ਤੁਫੰਗ ਤਿੱਖੀ ਤਲਵਾਰ ਹੈ, ਕਹਿਣ ਲੱਗੇ ਸੈਫ ਨਾਮ ਤਲਵਾਰ ਦਾ ਹੀ ਹੈ। ਤਲਵਾਰ ਦੇ ਕਈ ਰੂਪ ਹੁੰਦੇ ਨੇ, ਤੇ ਕਹਿਣ ਲੱਗੇ ਉਹਦੇ ਵਿੱਚ ਉਹ ਸੈਫ ਤਲਵਾਰ ਕਹਿੰਦੇ ਉਹ ਮਹਾਰਾਜ ਦੇ ਕੋਲ ਆਉਂਦੀ ਹੈ। ਕੋਈ ਬੰਦੂਕ ਲੈ ਕੇ ਆਉਂਦਾ, ਤੇ ਕੋਈ ਤਿੱਖੀ ਤਲਵਾਰ, ਤੇ ਕੋਈ ਲੈ ਕੇ ਆਉਂਦਾ ਗੋਲੀਆ, ਕੋਈ ਲੈ ਕੇ ਆਉਂਦਾ ਤੇਗਾ। ਐਸੇ ਸ਼ਸਤਰ ਮਹਾਰਾਜ ਦੇ ਕੋਲ ਆਉਂਦੇ ਹਨ। ਵਿਛੂਏ ਬਾਕ ਦੁਧਾਰਨ ਧਾਰੈ, ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਵਿਛੂਏ ਬਾਗ ਤੋਂ ਭਾਵ ਇਹ ਹੁੰਦਾ ਹੈ, ਕਹਿਣ ਲੱਗੇ ਵੀ ਵਿਛੂ ਦੀ ਤਰ੍ਹਾਂ ਦੋਹਰੇ ਦੋਹਰੇ ਪਾਸੇ, ਦੋਵਾਂ ਪਾਸੇ ਜਿਨ੍ਹਾਂ ਦੀ ਧਾਰ ਹੈ, ਜਿਸ ਨੂੰ ਕਿਹਾ ਜਾਂਦਾ ਕਟਾਰ। ਕਟਾਰ ਦੀ ਦੋਨੇ ਪਾਸੇ ਧਾਰ ਨੇ। ਕਿਰਚ ਹੈ, ਕਿਰਚ ਦੀ ਦੋਨੇ ਪਾਸੇ ਧਾਰ ਹੈ। ਖੰਡਾ ਹੈ, ਖੰਡੇ ਦੀ ਦੋ ਪਾਸੇ ਧਾਰ ਹੈ। ਇਸ ਤਰ੍ਹਾਂ ਜਿਹੜੇ ਦੋ ਪਾਸਿਓਂ ਤਿੱਖੇ ਨੇ, ਜਿੱਧਰ ਨੂੰ ਮਰਜ਼ੀ ਵਾਰ ਕਰੋ ਦੁਸ਼ਮਣ ਦਾ ਨਾਸ਼ ਕਰ ਦੇਣਗੇ। ਐਸੇ ਸ਼ਸਤਰ ਭੇਟ ਹੁੰਦੇ ਹਨ। ਕੌਣ ਕੌਣ ਕੇ ਗਿਨੀਐ ਨਾਮੂ, ਨਾਮ ਕਿਹਦੇ ਕਿਹਦੇ ਗਿਣ ਕੇ ਦਸੀਏ, ਗਿਣੇ ਨਹੀਂ ਜਾਂਦੇ। ਬੇਅੰਤ ਸ਼ਸਤਰ ਆਉਂਦੇ, ਉਹਨਾਂ ਸ਼ਸਤਰਾਂ ਦੇ ਨਾਮ ਗਿਣਨੇ ਔਖੇ ਹਨ। ਆਨੈ ਸ਼ਸਤਰ ਮਹਿਦ ਅਭਿਰਾਮੂ, ਤੇ ਸੰਗਤਾਂ ਬੜੇ ਬੜੇ ਸੋਹਣੇ ਸ਼ਸਤਰ ਮਹਾਰਾਜ ਵਾਸਤੇ ਖਰੀਦ ਕੇ ਲਿਆਉਂਦੀਆਂ ਹਨ। ਜਬ ਅਰਪੈ ਗੁਰ ਕਰਮ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਹੱਥਾਂ ਵਿੱਚ ਲਿਆ ਕੇ ਜਦੋਂ ਸੰਗਤਾਂ ਅਰਪਣ ਕਰਦੀਆਂ, ਮਹਾਰਾਜ ਆ ਮੇਰੇ ਵੱਲੋਂ ਸ਼ਸਤਰ ਵੇਖੋ, ਤੇ ਸਤਿਗੁਰੂ ਜਦੋਂ ਉਸ ਸ਼ਸਤਰ ਨੂੰ ਆਪਣੇ ਹੱਥਾਂ ਵਿੱਚ ਫੜਦੇ ਨੇ, ਤੇ ਫੜ ਕੇ ਜਦੋਂ ਸ਼ਸਤਰ ਨੂੰ ਪਰਖਦੇ ਹਨ, ਲੋਹਾ ਪਰਖੈ ਭਲੇ ਨਿਹਾਰੇ। ਤੇ ਸਤਿਗੁਰੂ ਫਿਰ ਲੋਹਾ ਪਰਖਦੇ ਵੀ ਇਹ ਲੋਹਾ ਕਿੰਨਾ ਕੁ ਮਜ਼ਬੂਤ ਲੱਗਾ, ਕਿਹੜੀ ਕੁਆਲਿਟੀ ਦਾ ਲੱਗਾ ਹੈ, ਇਹ ਜੰਗ ਦੇ ਵਿੱਚ ਕਿੰਨਾ ਕੁ ਚੱਲ ਸਕਦਾ ਹਥਿਆਰ, ਜਾਂ ਇਹ ਧੋਖਾ ਤਾਂ ਨਹੀਂ ਦੇਵੇਗਾ। ਸਤਿਗੁਰੂ ਚੰਗੀ ਤਰ੍ਹਾਂ ਉਸ ਸ਼ਸਤਰ ਨੂੰ ਪਰਖਦੇ ਹਨ। ਕਰੈ ਸਰਾਹਨ ਅਨਕ ਪ੍ਰਕਾਰਾ, ਤੇ ਫਿਰ ਸਤਿਗੁਰੂ ਜੀ ਸਲਾਉਂਦੇ ਵੀ, ਬੱਲੇ ਬੱਲੇ ਸ਼ਾਬਾਸ਼ ਗੁਰੂ ਕਿਆ ਸਿੱਖਾ, ਇਹ ਤੇਰਾ ਸ਼ਸਤਰ ਬੜਾ ਹੀ ਚੰਗਾ। ਜੇ ਕੋਈ ਵਧੀਆ ਸ਼ਸਤਰ ਲੈ ਕੇ ਆਉਂਦਾ ਨਾ, ਮਹਾਰਾਜ ਦੇ ਮਨ ਨੂੰ ਭਾ ਜਾਂਦਾ। ਸਤਿਗੁਰੂ ਫਿਰ ਸ਼ਾਬਾਸ਼ ਦਿੰਦੇ ਉਹ ਸਿੱਖ ਨੂੰ, ਬਖਸ਼ਿਸ਼ਾਂ ਕਰਦੇ, ਕਹਿਣ ਲੱਗੇ ਵੀ ਬੜਾ ਚੰਗਾ ਹਥਿਆਰ ਤੁਸੀਂ ਲਿਆ ਕੇ ਭੇਟ ਕੀਤਾ ਹੈ। ਦੇ ਸਿੱਖ ਕੋ ਪੁਨ ਖੁਸ਼ੀ ਅਪਾਰਾ, ਤੇ ਸਤਿਗੁਰੂ ਪਾਤਸ਼ਾਹ ਦੀ ਜਿਹੜਾ ਸਿੱਖ ਐਸੇ ਸ਼ਸਤਰ ਤੇ ਘੋੜੇ ਲਿਆਉਂਦਾ, ਉਹਨੂੰ ਫਿਰ ਬੇਅੰਤ ਖੁਸ਼ੀਆਂ ਮਹਾਰਾਜ ਦੇ ਘਰੋਂ, ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ। ਇਸ ਤਰ੍ਹਾਂ ਮਹਾਰਾਜ ਕਿਰਤਾਰਥ ਕਰਦੇ ਹਨ। ਤਿਮ ਹੀ ਤਰਲ ਤੁਰੰਗਮ ਹੇਰੈ, ਇਸੇ ਤਰ੍ਹਾਂ ਸਤਿਗੁਰੂ ਵਾਸਤੇ ਜਦੋਂ ਘੋੜਾ ਕੋਈ ਲੈ ਕੇ ਆਉਂਦਾ ਨਾ, ਤੇ ਮਹਾਰਾਜ ਉਸ ਘੋੜੇ ਨੂੰ ਆਪ ਵੇਖਦੇ ਜਾ ਕੇ ਵੀ ਇਹ ਘੋੜਾ ਵਾਕਿਆ ਹੀ ਭੱਜਣ ਵਾਲਾ, ਵਾਕਿਆ ਹੀ ਚੰਚਲ ਫੁਰਤੀਲਾ ਹੈ। ਘੋੜੇ ਨੂੰ ਆਪ ਜਾ ਕੇ ਦੇਖਦੇ ਹਨ। ਜੋ ਆਨੈ ਦੇ ਖੁਸ਼ੀ ਵਡੇਰੈ, ਤੇ ਜਿਹੜਾ ਕੋਈ ਚੰਗੀ ਨਸਲ ਦਾ ਘੋੜਾ ਲੈ ਕੇ ਆਉਂਦਾ ਨਾ ਸਿੱਖ, ਤੇ ਘੋੜੇ ਦੀ ਪਰਖ ਹੁੰਦੀ ਹੈ, ਵਾਕਿਆ ਹੀ ਘੋੜਾ ਬਲ ਵਾਲਾ, ਚੰਚਲ ਹੈ, ਚਲਾਕ ਹੈ, ਫੁਰਤੀਲਾ ਹੈ, ਭੱਜਣ ਵਾਲਾ ਹੈ, ਜੰਗ ਵਿੱਚ ਕੰਮ ਦੇਣ ਵਾਲਾ। ਐਸਾ ਘੋੜਾ ਵੇਖ ਕੇ ਮਹਾਰਾਜ ਫਿਰ ਜਿਹੜਾ ਸਿੱਖ ਲੈ ਕੇ ਆਇਆ ਉਹਨੂੰ ਬੇਅੰਤ ਖੁਸ਼ੀਆਂ ਮਹਾਰਾਜ ਦਿੰਦੇ ਹਨ। ਜਾਂ ਤੇ ਚਿਤਮੈ ਚੌਪ ਚਹੰਤੇ, ਇਸ ਕਰਕੇ ਸਤਿਗੁਰੂ ਪਾਤਸ਼ਾਹ ਪ੍ਰਸੰਨਤਾ ਬਖਸ਼ਿਸ਼ ਕਰਦੇ। ਔਰ ਜਿਹੜੇ ਸਿੱਖ ਨੇ ਉਹ ਵੀ ਬੜੀ ਚੌਂਪ ਦੇ ਨਾਲ, ਚੌਂਪ ਕਹੀਏ ਚਾਅ ਦੇ ਨਾਲ ਮਹਾਰਾਜ ਵਾਸਤੇ ਲੈ ਕੇ ਆਉਂਦੇ ਹਨ। ਜਿਤ ਕਿਤ ਤੇ ਆਨੈ ਤਨਵੰਤੇ, ਜਿੱਧਰੋਂ ਕਿਧਰੋਂ ਧਨ ਖਰਚ ਕੇ, ਮਾਇਆ ਖਰਚ ਕੇ ਇਹ ਜਿਹੜੀਆਂ ਵਸਤੂਆਂ ਨੇ ਮਹਾਰਾਜ ਵਾਸਤੇ ਲਿਆਂਦੀਆਂ ਜਾ ਰਹੀਆਂ ਹਨ। ਨਿਤ ਪ੍ਰਿਤ ਰਹਿਤ ਭੀੜ ਦਰਬਾਰ, ਤੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸੰਗਤਾਂ ਦੀ ਗੁਰਮੁਖੋਂ ਭੀੜ ਲੱਗੀ ਰਹਿੰਦੀ ਹੈ। ਬੇਅੰਤ ਸੰਗਤਾਂ ਆਉਂਦੀਆਂ ਮਹਾਰਾਜ ਦੇ ਕੋਲ ਰੋਜ਼ ਦੀ ਰੋਜ਼। ਦਰਬਾਰ ਮਹਾਰਾਜ ਜੀਆਂ ਦਾ ਭਰਿਆ ਰਹਿੰਦਾ ਹੈ। ਕਾਂਖੀ ਦਰਸ਼ਨ ਕਈ ਹਜ਼ਾਰ, ਤੇ ਕਹਿਣ ਲੱਗੇ ਵੀ ਕਾਂਖ ਇੱਛਾ ਹੈ ਸੰਗਤਾਂ ਦੇ ਮਨ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਨੇ ਨਾ, ਉਹਨਾਂ ਦੀ ਇੱਛਾ ਹੈ ਵੀ ਅਸੀਂ ਗੁਰੂ ਪਾਤਸ਼ਾਹ ਦੇ ਜਿਹੜੇ ਦਰਸ਼ਨ ਹਨ ਉਹ ਕਰਨਾ ਕਰੀਏ। ਵਰ ਕੋ ਪਾਏ ਕਾਮਨਾ ਪੂਰੈ, ਤੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਸੰਗਤਾਂ ਵਰ ਪ੍ਰਾਪਤ ਕਰਦੀਆਂ, ਤੇ ਆਪੋ ਆਪਣੀਆਂ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੀਆਂ। ਸੋਹਣਾ ਘੋੜਾ ਲੈ ਕੇ ਆਇਆ ਤੇ ਮਹਾਰਾਜ ਦੀ ਪ੍ਰਸੰਨਤਾ ਹੋਈ ਹੈ, ਸੋਹਣਾ ਸ਼ਸਤਰ ਲੈ ਕੇ ਆਇਆ ਤੇ ਉਹਦੇ 'ਤੇ ਵੀ ਪ੍ਰਸੰਨਤਾ ਹੋਈ ਹੈ।
ਜਿਹੜਾ ਐਸੀਆਂ ਵਸਤੂਆਂ ਲੈ ਕੇ ਆਉਂਦਾ ਉਹਦੀਆਂ ਮਨ ਦੀਆਂ ਕਾਮਨਾਵਾਂ ਮਹਾਰਾਜ ਪੂਰੀਆਂ ਕਰਦੇ ਹਨ। ਨਹਿ ਤ੍ਰਿਪਤੈ ਪਿਖ ਸ਼੍ਰੀ ਮੁਖ ਤੇ ਰੂਰੈ। ਸਤਿਗੁਰਾਂ ਦਾ ਮੁਖ ਜਿਹੜਾ ਹੈ ਨਾ ਗੁਰਮੁਖੋ ਬੜਾ ਸੁੰਦਰ ਸੋਹਣਾ ਹੈ। ਜਿਹੜਾ ਮਹਾਰਾਜ ਦੇ ਸਰੂਪ ਨੂੰ ਤੱਕ ਲੈਂਦਾ ਨਾ ਉਹਦੀਆਂ ਅੱਖਾਂ ਰੱਜਦੀਆਂ ਹੀ ਨਹੀਂ। ਮਹਾਰਾਜ ਦਾ ਸਰੂਪ ਇੰਨਾ ਸੋਹਣਾ, ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਹੜਾ ਵੀ ਸਰੂਪ ਤੱਕ ਲੈਂਦਾ ਸਤਿਗੁਰਾਂ ਵੱਲ ਵੇਖ ਕੇ ਮਨ ਰੱਜਦਾ ਨਹੀਂ ਹੈ। ਅਬ ਸ਼੍ਰੀ ਰਾਮ ਰਾਏ ਕੁਛ ਕਥਾ। ਸੋ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਪੌਂਟਾ ਸਾਹਿਬ ਦੀ ਕਥਾ ਨੂੰ ਇੱਥੇ ਥੋੜਾ ਸਮਾਂ ਰੋਕਣ ਲੱਗਾ, ਦਸਵੇਂ ਪਾਤਸ਼ਾਹ ਦੀ ਕਥਾ। ਹੁਣ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਬਾਬਾ ਰਾਮ ਰਾਏ ਜੀਆਂ ਦੀ ਕਥਾ। ਪਿੱਛੇ ਆਪਾਂ ਇਤਿਹਾਸ ਸਰਵਣ ਕੀਤਾ ਨਾ, ਬਾਬਾ ਰਾਮ ਰਾਏ ਜੀ ਮਿਲ ਕੇ ਚਲੇ ਗਏ ਔਰ ਸਤਿਗੁਰਾਂ ਨੂੰ ਇਹ ਵੀ ਕਹਿ ਗਏ ਸਨ ਵੀ ਮਹਾਰਾਜ ਮੇਰੀ ਉਮਰਾਂ ਥੋੜ੍ਹੀ ਰਹਿ ਗਈ ਹੈ, ਮੈਂ ਹੁਣ ਸਰੀਰ ਛੱਡ ਜਾਣਾ ਹੈ ਔਰ ਮੇਰੇ ਮਸੰਦ ਬੜੇ ਮਹਾਰਾਜ ਵਿਗੜੇ ਹੋਏ ਨੇ ਤੇ ਤੁਸੀਂ ਮੇਰੇ ਡੇਰੇ ਦੀ ਸੰਭਾਲ ਕਰਨੀ ਹੈ ਤੇ ਵਿਗੜਿਆਂ ਬੰਦਿਆਂ ਨੂੰ ਤੁਸੀਂ ਸਿੱਧਿਆਂ ਕਰਨਾ ਹੈ। ਇਹ ਰਾਮ ਰਾਏ ਨੇ ਗੱਲਾਂ ਆਖੀਆਂ ਸਨ। ਹੁਣ ਰਾਮ ਰਾਏ ਦੇ ਨਾਲ ਕੀ ਵਾਪਰਦਾ ਹੈ, ਕੀ ਹੁੰਦਾ ਹੈ, ਕਹਿਣ ਲੱਗੇ ਆਓ ਥੋੜ੍ਹਾ ਜਿਹਾ ਇਤਿਹਾਸ ਆਪਾਂ ਬਾਬਾ ਰਾਮ ਰਾਏ ਦਾ ਸਰਵਣ ਕਰੀਏ। ਬਾਬਾ ਰਾਮ ਰਾਏ ਦੀ ਜੋ ਕਥਾ ਹੈ ਸੁਣੀਏ ਸਰੋਤਾ ਬੀਤੀ ਜਥਾ। ਸੋ ਗੁਰੂ ਕੇ ਸਰੋਤਿਓ ਧਿਆਨ ਨਾਲ ਸੁਣਿਓ ਇਹ ਕਥਾ ਵੀ ਬਾਬਾ ਰਾਮ ਰਾਏ ਨਾਲ ਕੀ ਕੀ ਹੋਇਆ, ਕਿਵੇਂ ਉਹਨਾਂ ਨੇ ਸਰੀਰ ਛੱਡਿਆ ਅਤੇ ਉਹ ਮਸੰਦਾਂ ਨੇ ਕੀ ਕੁਝ ਕੀਤਾ। ਉਹ ਸਾਰਾ ਇਤਿਹਾਸ ਹੁਣ ਆਪਾਂ ਸਰਵਣ ਕਰਾਂਗੇ। ਕਰਿਓ ਉਰਾਧਨ ਕਹਿ ਸਿੱਖ ਭੀਰ। ਸੋ ਕਹਿਣ ਲੱਗੇ ਵੀ ਕਿਸੇ ਸਿੱਖ ਨੂੰ ਨਾ, ਜਿਹੜਾ ਬਾਬਾ ਰਾਮ ਰਾਏ ਨੂੰ ਕੋਈ ਮੰਨਣ ਵਾਲਾ ਉਹਨਾਂ ਦਾ ਸ਼ਰਧਾਲੂ ਸੀ ਕੋਈ ਸਿੱਖ, ਉਹ ਕਿਤੇ ਮੁਸੀਬਤ ਵਿੱਚ ਫਸ ਗਿਆ ਦੂਰ। ਉੱਥੇ ਉਹਨੇ ਬੈਠੇ ਬੈਠੇ ਨੇ ਬਾਬਾ ਰਾਮ ਰਾਏ ਨੂੰ ਚੇਤੇ ਕੀਤਾ ਵੀ ਬਾਬਾ ਰਾਮ ਰਾਏ ਜੀ ਮੈਂ ਫਸ ਗਿਆ ਮੁਸੀਬਤ ਵਿੱਚ ਤੇ ਮੈਨੂੰ ਆਪ ਜੀ ਕਿਰਪਾ ਕਰਕੇ ਇੱਥੋਂ ਕੱਢਣਾ ਕਰੋ। ਅਦਕ ਦੂਰ ਕਿਤ ਸਿਮਰਿਓ ਧੀਰ। ਤੇ ਉਹ ਜਿਹੜਾ ਸ਼ਰਧਾਲੂ ਸੀ ਨਾ ਬਾਬਾ ਰਾਮ ਰਾਏ ਦਾ ਵਿਅਕਤੀ, ਉਹ ਕਿਤੇ ਬੜੀ ਦੂਰ ਸੀ, ਬਹੁਤ ਦੂਰ ਕਿਤੇ ਬੈਠਾ ਦੇਸ਼ ਵਿਦੇਸ਼ ਦੇ ਵਿੱਚ। ਤੇ ਬਾਬਾ ਰਾਮ ਰਾਏ ਦਾ ਉਹ ਬੜਾ ਪ੍ਰੇਮੀ ਨੇਮੀ ਸਿੱਖ ਬਣਿਆ ਹੋਇਆ। ਤੇ ਜਦੋਂ ਮੁਸੀਬਤ ਵਿੱਚ ਫਸਿਆ ਉਹਨੇ ਫਿਰ ਬਾਬਾ ਰਾਮ ਰਾਏ ਨੂੰ ਚੇਤੇ ਕੀਤਾ ਵੀ ਬਾਬਾ ਰਾਮ ਰਾਏ ਜੀ ਮੇਰੇ 'ਤੇ ਮੁਸੀਬਤ ਪੈ ਗਈ ਤੇ ਆਪ ਜੀ ਆ ਕੇ ਮੁਸੀਬਤ ਨੂੰ ਦੂਰ ਕਰੋ, ਮੇਰੀ ਮਦਦ ਕਰੋ। ਜਦੋਂ ਉਸ ਵਿਅਕਤੀ ਨੇ ਯਾਦ ਕੀਤਾ ਹੈ ਚਿਤ ਮਹਿ ਚਾਹਤ ਕਰਨ ਸਹਾਈ। ਹੁਣ ਬਾਬਾ ਰਾਮ ਰਾਏ ਜੀ ਵੀ ਚਾਹੁੰਦੇ ਨੇ ਵੀ ਇਹ ਸਾਡਾ ਕਦੀਮੀ ਸਿੱਖ ਹੈ, ਵੀ ਬੜੇ ਲੰਮੇ ਸਮੇਂ ਤੋਂ ਜੁੜਿਆ, ਬੜੀ ਇਹਨੇ ਸਾਨੂੰ ਗੁਰਾਈ ਵੀ ਦਿੱਤੀ ਹੈ, ਅੱਜ ਇਹ ਮੁਸੀਬਤ ਵਿੱਚ ਫਸਿਆ ਹੈ ਤੇ ਇਹਦੀ ਮਦਦ ਕਰਨੀ ਚਾਹੀਦੀ ਹੈ। ਤੇ ਉਸ ਵੇਲੇ ਬਾਬਾ ਰਾਮ ਰਾਏ ਜੀ ਵੀ ਉਹਦੀ ਮਦਦ ਕਰਨਾ ਚਾਹੁੰਦੇ ਹਨ। ਦਾਸ ਜਾਨ ਮਨ ਰਹਿਓ ਨ ਜਾਏ। ਆਪਣਾ ਦਾਸ ਜਾਣ ਕੇ ਨਾ, ਸੇਵਕ ਜਾਣ ਕੇ। ਤੇ ਬਾਬਾ ਰਾਮ ਰਾਏ ਜੀ ਕੋਲੋਂ ਰਿਹਾ ਨਹੀਂ ਜਾਂਦਾ, ਉਹਦੀ ਮਦਦ ਕਰਨ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਵੀ ਨਹੀਂ ਮਦਦ ਜ਼ਰੂਰ ਹੀ ਕਰਨੀ ਚਾਹੀਦੀ ਹੈ। ਮੇਰਾ ਸੇਵਕ ਕਿਸੇ ਮੁਸੀਬਤ ਵਿੱਚ ਫਸ ਗਿਆ ਹੈ ਤੇ ਮੈਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਮਹਿਲਾ ਹੁਤੀ ਚਾਰ ਤਿਸ ਕੇਰੀ। ਤੇ ਕਹਿਣ ਲੱਗੇ ਵੀ ਉਸ ਵੇਲੇ 4 ਮਹਿਲਾਂ 4 ਇਸਤਰੀਆਂ ਜਿਹੜੀਆਂ ਉਸ ਵੇਲੇ ਸਨ। ਰਾਜ ਕੁਵਰ ਸਭ ਵਿਖੇ ਵਡੇਰੀ। ਤੇ ਕਹਿਣ ਲੱਗੇ ਵੀ ਰਾਜ ਕੁਇਰ ਨਾਮ ਦੀ ਜਿਹੜੀ ਮਹਿਲਾ ਹੈ ਉਹ ਵੱਡੀ ਹੈ। ਬਾਬਾ ਰਾਮ ਰਾਏ ਦੇ 4 ਵਿਆਹ ਹੋਏ ਸਨ ਤੇ 4 ਇਸਤਰੀਆਂ ਬਾਬਾ ਰਾਮ ਰਾਏ ਜੀ ਦੀਆਂ। ਤੇ ਜਿਹੜੀ ਸਾਰਿਆਂ ਤੋਂ ਵੱਡੀ ਹੈ ਉਹਦਾ ਨਾਮ ਹੈ ਰਾਜ ਕੁਇਰ, ਜਿਸ ਨੂੰ ਆਪਾਂ ਰਾਜ ਕੌਰ ਵੀ ਕਹਿ ਦਿੰਦੇ ਹਾਂ। ਇਤਿਹਾਸ ਦੇ ਵਿੱਚ ਨਾਮ ਰਾਜ ਕੌਰ ਵੀ ਆਇਆ। ਕਹਿਣ ਲੱਗੇ ਵੀ ਇਹ ਬਾਕੀ ਤਿੰਨਾਂ ਦੇ ਨਾਲੋਂ ਵੱਡੀ ਹੈ। ਬਾਕੀ ਤਿੰਨੇ ਬਾਬਾ ਰਾਮ ਰਾਏ ਜੀ ਦੀਆਂ ਪਤਨੀਆਂ ਜਿਹੜੀਆਂ ਨੇ ਇਹਦੇ ਤੋਂ ਛੋਟੀਆਂ, ਸਭ ਤੋਂ ਵੱਡੀ ਹੈ। ਸੋ ਲਰ ਪਰੀ ਕੰਤ ਕੇ ਸੰਗ। ਕਹਿਣ ਲੱਗੇ ਵੀ ਕਿਸੇ ਦਿਨ ਕੋਈ ਗੱਲਬਾਤ ਹੀ ਇਹੋ ਜਿਹੀ ਹੋਈ ਤੇ ਬਾਬਾ ਰਾਮ ਰਾਏ ਦੀ ਜਿਹੜੀ ਵਹੁਟੀ ਹੈ ਨਾ ਪਤਨੀ, ਉਹ ਰਾਮ ਰਾਏ ਨਾਲ ਲੜ ਪਈ ਕਿਸੇ ਗੱਲੋਂ। ਬਾਬਾ ਰਾਮ ਰਾਏ ਜੀਆਂ ਦਾ ਨਾ ਆਪਣੀ ਘਰਵਾਲੀ ਦੇ ਨਾਲ ਥੋੜਾ ਜਿਹਾ ਕਿਤੇ ਝਗੜਾ ਹੋ ਗਿਆ ਹੈ। ਸੁਨ ਸਰੋਤਾ ਕੁਛ ਤਾਹੇ ਪ੍ਰਸੰਗ। ਤੇ ਸਰੋਤਿਓ ਥੋੜਾ ਜਿਹਾ ਪ੍ਰਸੰਗ ਜਿਹੜਾ ਹੈ ਨਾ ਮੈਂ ਤੁਹਾਨੂੰ ਰਾਜ ਕੌਰ ਦਾ ਇੱਥੇ ਸਰਵਣ ਕਰਵਾਉਣ ਲੱਗਾ। ਜੋ ਬਾਬਾ ਰਾਮ ਰਾਏ ਦੀ ਪਤਨੀ ਹੈ, ਸਭ ਤੋਂ ਵੱਡੀ ਹੈ, ਨਾਮ ਹੈ ਰਾਜ ਕੌਰ। ਉਹ ਲੜ ਪਈ ਇੱਕ ਦਿਨ ਬਾਬਾ ਰਾਮ ਰਾਏ ਨਾਲ। ਹੁਣ ਘਰ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਨੇ, ਕੋਈ ਗੱਲ ਇਹੋ ਜਿਹੀ ਹੋ ਗਈ, ਮੀਆਂ ਬੀਬੀ ਦਾ ਆਪਸ ਵਿੱਚ ਝਗੜਾ ਹੋ ਗਿਆ ਹੈ। ਰਿਸ ਉਰ ਧਾਰ ਵਿਚਾਰਤ ਸੋਈ। ਤੇ ਉਹਨੇ ਮਨ ਵਿੱਚ ਗੁੱਸਾ ਆ ਗਿਆ ਬੀਬੀ ਦੇ, ਜੋ ਲੜੀ ਆਪਣੇ ਪਤੀ ਦੇ ਨਾਲ, ਬਹੁਤਾ ਗੁੱਸਾ ਮਨ ਵਿੱਚ ਕਰਕੇ ਮਿਹਰੋ ਰਹਿਣ ਨਹੀਂ ਅਬ ਹੋਈ। ਕਹਿਣ ਲੱਗੀ ਵੀ ਮੈਂ ਤੇ ਹੁਣ ਤੇਰੇ ਰਹਿਣਾ ਹੀ ਨਹੀਂ ਹੈ। ਸੋ ਇਹ ਬੀਬੀ ਜਿਹੜੀ ਹੈ ਨਾ ਰਾਮ ਰਾਏ ਦੀ ਘਰਵਾਲੀ, ਲੜ ਪਈ ਬਾਬਾ ਰਾਮ ਰਾਏ ਜੀ ਦੇ ਨਾਲ ਜੋ ਗੁਰੂ ਬਣੇ ਹੋਏ ਨੇ। ਤੇ ਉਹ ਇਸਤਰੀ ਜਿਹੜੀ ਘਰਵਾਲੀ ਹੈ ਲੜ ਕੇ ਕਹਿਣ ਲੱਗੀ ਵੀ ਰਾਮ ਰਾਏ ਮੈਂ ਹੁਣ ਤੇਰੇ ਰਹਿਣਾ ਨਹੀਂ ਹੈ, ਆਪਣਾ ਹੁਣ ਰਹਿਣਾ ਇਕੱਠਾ ਬਣਦਾ ਨਹੀਂ, ਮੈਂ ਤੇਰੇ ਨਾਲ ਨਹੀਂ ਰਹਿ ਸਕਦੀ, ਆਪਣੀ ਹੁਣ ਨਿਭਣੀ ਕੋਈ ਨਹੀਂ ਹੈ।
ਇਸ ਤੋਂ ਅੱਗੇ ਕਿ ਹੋਰ ਝਗੜਾ ਵਧੇ, ਮੈਂ ਵੱਖਰੀ ਹੋ ਜਾਵਾਂ, ਪਰੇ ਹੋ ਜਾਵਾਂ, ਤੇ ਉਹਦੇ ਵਿੱਚ ਹੀ ਭਲਾ ਹੈ। ਮੈਂ ਹੁਣ ਤੇਰੇ ਨਾਲ ਰਹਿ ਨਹੀਂ ਸਕਦੀ। ਹਾਂ, ਬਨੋ ਇਕਾਕੀ ਹਰ ਗੁਣ ਗਾਵੋ। ਮੈਂ ਚਾਹੁੰਦੀ ਹਾਂ ਵੀ ਮੈਂ ਤੇਰੇ ਨੇੜੇ ਰਵਾਂ ਹੀ ਨਾ, ਮੈਂ ਕਿਤੇ ਇਕੱਲੀ ਜਾ ਕੇ ਬਹਿ ਜਾਵਾਂ, ਉੱਥੇ ਰੱਬ ਦਾ ਗੁਣ ਗਾਵਾਂ। ਮੈਂ ਤੇ ਰੱਬ ਦਾ ਨਾਮ ਜਪਣਾ ਚਾਹੁੰਦੀ ਹਾਂ। ਤੇਰੇ ਕੋਲ ਰਹਿ ਕੇ ਤੇ ਰੋਜ਼ ਕੋਈ ਨਾ ਕੋਈ ਝਗੜਾ ਪਿਆ ਰਹਿੰਦਾ ਹੈ, ਇਹ ਕਾਟੋ ਕਲੇਸ਼ ਚੱਲਦਾ ਹੀ ਰਹਿੰਦਾ, ਤੇ ਮੈਂ ਇਸ ਝਗੜੇ ਤੋਂ ਅੱਕ ਗਈ ਹਾਂ, ਤੇ ਮੈਂ ਇੱਥੇ ਰਹਿਣਾ ਕੋਈ ਨਹੀਂ। ਮੈਂ ਇੱਥੋਂ ਜਾਣਾ ਚਾਹੁੰਦੀ ਹਾਂ, ਤੇ ਇਕੱਲੀ ਕਿਤੇ ਬਹਿ ਕੇ ਰੱਬ ਦਾ ਨਾਮ ਲੈਣਾ ਕਰਾਂਗੀ। ਪ੍ਰਥਕ ਤੁਮੈ ਤੇ ਬੈਸ ਬਿਤਾਵੋ। ਸੋ ਹੁਣ ਜਿੰਨੀ ਮੇਰੀ ਉਮਰਾਂ ਰਹਿ ਗਈ ਹੈ ਨਾ, ਇਹ ਸਾਰੀ ਮੈਂ ਤੁਹਾਡੇ ਤੋਂ ਪਰੇ ਦੂਰ ਹੋ ਕੇ ਬਤੀਤ ਕਰਨੀ। ਹੁਣ ਮੈਂ ਤੁਹਾਡੇ ਕੋਲ ਕੋਈ ਨਹੀਂ ਆਉਣਾ। ਰਾਮ ਰਾਏ ਬਾਬਾ ਜੀ ਦੀ ਘਰ ਵਾਲੀ ਬਹੁਤਾ ਹੀ ਗੁੱਸਾ ਕਰ ਗਈ ਹੈ, ਜੋ ਇਹ ਕਹਿੰਦੀ ਹੈ ਵੀ ਹੁਣ ਤੇ ਤੈਨੂੰ ਮਿਲਣਾ ਹੀ ਨਹੀਂ ਹੈ ਆ ਕੇ, ਤੇ ਮੈਂ ਤੇ ਵੱਖਰੀ ਰਹਿਣਾ ਹੈ। ਰੱਬ ਦੇ ਗੁਣ ਗਾਵਾਂਗੀ, ਨਾਮ ਜਪਾਂਗੀ, ਤੇ ਆਪਣਾ ਸਮਾਂ ਬਤੀਤ ਕਰਾਂਗੀ। ਇਸ ਕਰਕੇ ਤੁਹਾਡੇ ਕੋਲ ਨਹੀਂ ਆਉਣਾ ਹੈ। ਸੁਨ ਕਰ ਰਾਮ ਰਾਏ ਤਬ ਕਹੇ। ਉਸ ਵੇਲੇ ਰਾਮ ਰਾਏ ਨੇ ਸੁਣਿਆ ਵੀ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਚੱਲੀ ਹੈ। ਇਹ ਗੱਲ ਸੁਣ ਕੇ ਬਾਬਾ ਰਾਮ ਰਾਏ ਕਹਿਣ ਲੱਗੇ, ਇਤ ਤੇ ਭਿਆਨ ਕਰਨ ਕੋ ਚਹਿਓ। ਕਹਿਣ ਲੱਗਾ ਵੀ ਤੂੰ ਜਾਣਾ ਕਿੱਥੇ ਹੈ, ਪਹਿਲਾਂ ਮੈਨੂੰ ਉਹ ਟਿਕਾਣਾ ਦੱਸ ਵੀ ਤੂੰ ਕਿੱਧਰ ਨੂੰ ਜਾਣਾ ਹੈ। ਬਾਬਾ ਰਾਮ ਰਾਏ ਦੇ ਮਨ ਵਿੱਚ ਵਿਚਾਰ ਇਹ ਹੈ ਵੀ ਚਲੋ ਜਾ ਕੇ ਮਨਾ ਕੇ ਫਿਰ ਲੈ ਆਵਾਂਗੇ। ਇਹ ਦੱਸੇ ਤਾਂ ਸਹੀ ਵੀ ਕਿੱਥੇ ਜਾਣਾ ਹੈ। ਪੁੱਛਿਆ, ਕਹਿਣ ਲੱਗੇ ਵੀ ਜਾਣਾ ਕਿੱਧਰ ਨੂੰ ਹੈ, ਕਿੱਥੇ ਜਾਣਾ ਹੈ, ਉਹ ਮੈਨੂੰ ਦੱਸਣਾ ਕਰ। ਜਹ ਸਿੱਖ ਸੰਗਤ ਹੋਏ ਹਮਾਰੇ। ਤੂੰ ਜਿੱਥੇ ਮਰਜ਼ੀ ਚਲੇ ਜਾ, ਤੂੰ ਜਿੱਥੇ ਵੀ ਜਾਵੇਂਗੀ ਨਾ, ਮੇਰੀ ਸੰਗਤ ਉੱਥੇ ਹੀ ਹੈ। ਮੇਰੀ ਸੰਗਤ ਬੇਅੰਤ ਹੈ, ਥਾਵਾਂ ਥਾਵਾਂ 'ਤੇ ਮੈਨੂੰ ਲੋਕ ਮੰਨਦੇ। ਆਪਣੀ ਘਰਵਾਲੀ ਨੂੰ ਕਹਿੰਦੇ, ਤੂੰ ਜਿੱਥੇ ਵੀ ਜਾਵੇਂਗੀ ਸਾਡੀ ਥਾਵਾਂ ਥਾਵਾਂ 'ਤੇ ਸੰਗਤ ਹੈ। ਤਹਿ ਹੀ ਬੈਠੇ ਕਰੇ ਗੁਜ਼ਾਰੇ। ਚੱਲ ਕੋਈ ਨਹੀਂ, ਜੇ ਤੂੰ ਜਾਣਾ ਚਾਹੁੰਦੀ ਹੈ ਤੇ ਤੂੰ ਦੱਸ ਵੀ ਜਾਣਾ ਕਿੱਥੇ ਹੈ। ਉੱਥੋਂ ਦੀ ਸੰਗਤ ਨੂੰ ਮੈਂ ਹੀ ਕਹਿ ਦਿੰਦਾ ਵੀ ਮੇਰੀ ਘਰਵਾਲੀ ਭਾਈ ਆਉਣ ਲੱਗੀ ਹੈ, ਇਹ ਮੇਰੇ ਨਾਲ ਲੜਦੀ ਹੈ, ਤੇ ਇਹਨੇ ਇਕੱਲੀ ਨੇ ਰਹਿਣਾ ਹੈ, ਤੇ ਤੁਸੀਂ ਇੱਥੋਂ ਦੇ ਲੋਕ ਨਾ ਇਹਦੀ ਮਦਦ ਕਰੋ। ਤੇ ਮੈਂ ਹੀ ਕਹਿ ਦਿੰਦਾ ਆਪਣੀ ਸੰਗਤ ਨੂੰ, ਜਿੱਥੇ ਜਾਏਂਗੀ ਲੋਕ ਤੇਰੀ ਸੇਵਾ ਕਰਨਗੇ। ਜਦੋਂ ਰਾਮ ਰਾਏ ਜੀਆਂ ਨੇ ਇਹ ਗੱਲ ਕਹੀ ਹੈ, ਅਪਰ ਕੌਣ ਸੇ ਥਲ ਚਲ ਜਾਵੇ। ਸੋ ਕਹਿਣ ਲੱਗੇ ਵੀ ਅਪਰ ਕੌਣ ਸੇ ਥਲ ਚੱਲ ਜਾਵੇ, ਹੋਰ ਇਹਨੇ ਕਿਹੜੀ ਥਾਂ ਤੇ ਚੱਲ ਕੇ ਜਾਣਾ ਹੈ। ਮਮ ਸਿਖਨ ਤੇ ਆਪ ਪੁਜਾਵੇ। ਇਹ ਮੇਰਿਆਂ ਸਿੱਖਾਂ ਦੇ ਕੋਲੋਂ ਆਪਣੀ ਪੂਜਾ ਕਰਵਾਉਣਾ ਚਾਹੁੰਦੀ ਹੈ। ਬਾਬਾ ਰਾਮ ਰਾਏ ਦੇ ਮਨ ਵਿੱਚ ਇਹ ਹੈ ਵੀ ਹੋਰ ਇਹਨੇ ਕਿੱਥੇ ਜਾਣਾ। ਇਹਨੇ ਜਾਣਾ ਤੇ ਉੱਥੇ ਹੀ ਹੋਵੇਗਾ ਨਾ ਜਿੱਥੇ ਮੇਰੀ ਸੰਗਤ ਬਹੁਤੀ ਰਹਿੰਦੀ ਹੋਵੇਗੀ, ਉੱਥੋਂ ਜਾ ਕੇ ਇਹਨੇ ਆਪਣੀ ਪੂਜਾ ਕਰਾਉਣੀ ਹੈ। ਇਹ ਤਾਂ ਮੈਨੂੰ ਛੱਡ ਕੇ ਚੱਲੇ ਹਨ। ਔਰ ਕਹਾਂ ਸ਼ਕਤੀ ਕੋ ਧਾਰੇ। ਹੋਰ ਇਹਦੇ ਵਿੱਚ ਕਿਹੜੀ ਕੋਈ ਸ਼ਕਤੀ ਹੈ, ਨਾ ਕੋਈ ਇਹਦੇ ਕੋਲ ਕਰਾਮਾਤ ਹੈ, ਨਾ ਇਹਦੇ ਕੋਲ ਕੋਈ ਜਾਇਦਾਦ ਹੈ। ਇਹਨੇ ਗੁਜ਼ਾਰਾ ਕਰਨਾ ਤੇ ਕਰਨਾ ਕਿੱਥੇ ਹੈ। ਮੇਰੀ ਸੰਗਤ ਬਿਨਾਂ ਇਹਦਾ ਗੁਜ਼ਾਰਾ ਨਹੀਂ ਹੋ ਸਕਦਾ। ਗੁਜ਼ਾਰਾ ਉੱਥੇ ਹੋਵੇਗਾ ਜਿੱਥੇ ਮੇਰੀ ਸੰਗਤ ਇਹਦੀ ਪੂਜਾ ਕਰੇਗੀ। ਇਹਨਾਂ ਨੇ ਕਿੱਥੇ ਚਲੇ ਜਾਣਾ ਹੈ। ਆਪਣੇ ਸਿੱਖ ਬਣਾਏ ਉਧਾਰੇ। ਅਤੇ ਇਹ ਆਪਣੇ ਸਿੱਖ ਬਣਾ ਕੇ ਤੇ ਉਹਨਾਂ ਦਾ ਉਧਾਰ ਕਰੇਗੀ। ਫਿਰ ਉਸ ਵੇਲੇ ਸੁਨ ਪਤ ਤੇ ਰਿਸ ਅਤ ਉਪਜਾਈ। ਜਦੋਂ ਇਹ ਗੱਲ ਸੁਣੀ ਨਾ ਬੀਬੀ ਰਾਜ ਕੌਰ ਨੇ ਗੱਲ ਆਪਣੇ ਪਤੀ ਦੀ, ਜੋ ਗੁੱਸੇ ਵਿੱਚ ਤੇ ਪਹਿਲਾਂ ਹੀ ਬੜੀ ਸੀ, ਉਹ ਵੀ ਛੱਡ ਕੇ ਚੱਲੀ ਆ। ਉਤੋਂ ਰਾਮ ਰਾਏ ਜੀ ਨੇ ਕਹਿ ਦਿੱਤਾ ਵੀ ਦੱਸ ਤੂੰ ਜਾਣਾ ਕਿੱਥੇ ਆ। ਜਿੱਥੇ ਤੂੰ ਜਾਣਾ ਚਾਹੁੰਦੀ ਆ ਮੈਂ ਉੱਥੇ ਸੰਗਤ ਨੂੰ ਕਹਿ ਦਿਆਂਗਾ, ਉਹ ਤੇਰੀ ਆਪੇ ਸੇਵਾ ਕਰਦੇ ਰਹਿਣਗੇ, ਤੇਰਾ ਭੋਜਨ ਪ੍ਰਸ਼ਾਦਾ ਚੱਲਦਾ ਰਹੇਗਾ। ਤੇ ਜਦੋਂ ਇਹ ਗੱਲ ਕਹੀ ਵੀ ਤੂੰ ਹੋਰ ਜਾ ਵੀ ਕਿੱਥੇ ਸਕਦੀ ਹੈ, ਤੇਰਾ ਗੁਜ਼ਾਰਾ ਕਿਤੇ ਹੋਣਾ ਹੀ ਨਹੀਂ ਹੈ, ਉਹ ਬੀਬੀ ਦੇ ਮਨ ਵਿੱਚ ਬਹੁਤਾ ਗੁੱਸਾ ਆ ਗਿਆ ਇਹ ਗੱਲ ਸੁਣ ਕੇ। ਤੇ ਫਿਰ ਗੁੱਸੇ ਵਿੱਚ ਆ ਕੇ ਉਸਨੇ ਆਖਿਆ ਹੈ, ਮੁਖ ਤੇ ਮਹਿਦ ਕੋ ਕਠੋਰ ਅਲਾਈ। ਉਸਨੇ ਫਿਰ ਮੁਖੋਂ ਬੜਾ ਇੱਕ ਕਠੋਰ ਬਚਨ ਆਖਿਆ, ਬੜਾ ਸਖਤ ਬਚਨ ਨਾ ਰਾਮ ਰਾਏ ਨੂੰ ਮੋੜਵਾਂ ਜਵਾਬ ਬਾਬਾ ਰਾਮ ਰਾਏ ਦੀ ਘਰਵਾਲੀ ਨੇ ਅੱਗੋਂ ਦਿੱਤਾ ਹੈ। ਰਾਮ ਨਗਰ ਜਹ ਤੁਮ ਸਿੱਖ ਹੋਏ। ਕਹਿਣ ਲੱਗੇ ਵੀ ਮੈਂ ਉੱਥੇ ਰਵਾਂਗੀ ਜਿਸ ਪਿੰਡ ਦੇ ਲੋਕ ਤੁਹਾਨੂੰ ਨਾ ਜਾਣਦੇ ਹੋ। ਉਸ ਪਿੰਡ ਦਾ ਕੋਈ ਵੀ ਬੰਦਾ ਰਾਮ ਰਾਏ ਨੂੰ ਨਾ ਜਾਣਦਾ ਹੋਵੇ, ਮੈਂ ਰਵਾਂਗੀ ਉੱਥੇ। ਤੁਸੀਂ ਮੈਨੂੰ ਇਹ ਮਿਹਣਾ ਦਿੱਤਾ ਨਾ ਵੀ ਤੂੰ ਇਕੱਲੀ ਕਿਤੇ ਗੁਜ਼ਾਰਾ ਨਹੀਂ ਕਰ ਸਕਦੀ, ਤੂੰ ਆਪਣੀ ਪੂਜਾ ਕਰਾਉਣੀ ਚਾਹੁੰਦੀ ਹੈ ਮੇਰਿਆਂ ਸਿੱਖਾਂ ਦੇ ਕੋਲੋਂ, ਤੇ ਦੱਸ ਤੂੰ ਕਿੱਥੇ ਜਾਣਾ, ਮੈਂ ਤੇਰਾ ਪ੍ਰਬੰਧ ਕਰ ਦਿੰਦਾ। ਤੇ ਬੀਬੀ ਰਾਜ ਕੌਰ ਨੂੰ ਗੁੱਸਾ ਆ ਗਿਆ, ਕਹਿਣ ਲੱਗੀ ਵੀ ਮੈਂ ਉੱਥੇ ਜਾਵਾਂਗੀ ਜਿੱਥੇ ਰਾਮ ਰਾਏ ਦੇ ਕੋਈ ਨਾਂ ਨੂੰ ਹੀ ਨਾ ਜਾਣਦਾ ਹੋਵੇ, ਤੇ ਮੈਂ ਤੈਨੂੰ ਵਿਖਾ ਦਿਆਂਗੀ ਵੀ ਤੇਰੇ ਨਾਮ ਤੋਂ ਬਿਨਾਂ ਵੀ ਮੈਂ ਜਿਉਂਦੀ ਰਹਿ ਸਕਦੀ ਹਾਂ, ਮੈਨੂੰ ਭੋਜਨ ਪ੍ਰਸ਼ਾਦਾ ਮਿਲੇਗਾ। ਇਹ ਗੁੱਸੇ ਨਾਲ ਇਹ ਬਚਨ ਆਖਿਆ ਹੈ। ਤਹਿ ਬਾਸਾ ਮੈਂ ਕਰੋ ਨਾ ਕੋਏ। ਤੇ ਜਿੱਥੇ ਤੈਨੂੰ ਲੋਕ ਜਾਣਦੇ ਹੋਣਗੇ ਨਾ ਰਾਮ ਰਾਏ, ਮੈਂ ਉੱਥੇ ਰਵਾਂਗੀ ਨਹੀਂ। ਇਹ ਤੈਨੂੰ ਮੈਂ ਜ਼ੁਬਾਨ ਤੇਰੇ ਨਾਲ ਬਚਨ ਕੀਤਾ, ਜਿੱਥੇ ਲੋਕ ਤੈਨੂੰ ਜਾਣਦੇ ਹੋਣਗੇ ਮੈਂ ਉੱਥੇ ਨਹੀਂ ਰਵਾਂਗੀ।
ਤੇ ਜਿੱਥੇ ਤੈਨੂੰ ਨਹੀਂ ਜਾਣਦੇ ਹੋਣਗੇ ਉੱਥੇ ਜਾ ਕੇ ਮੈਂ ਰਹਿਣਾ ਹੈ। ਜਿਸ ਥਲ ਨਹੀਂ ਨਾਮ ਸਿੱਖ ਦਾਸ, ਜਿੱਥੇ ਕੋਈ ਤੇਰਾ ਦਾਸ ਨਾ ਹੋਵੇ, ਤੇਰਾ ਕੋਈ ਸਿੱਖ ਨਾ ਹੋਵੇ, ਤਹ ਵਾਸ ਕਰ ਲੋ ਲੈਹੂ ਬਾਸ। ਤੇ ਮੈਂ ਉੱਥੇ ਆਪਣਾ ਵਾਸਾ ਕਰਾਂਗੀ, ਰਵਾਂਗੀ ਉੱਥੇ ਜਾ ਕੇ ਜਿੱਥੇ ਤੇਰੀ ਮੈਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਨਹੀਂ ਹੈ, ਤੇਰੇ ਪਰਉਪਕਾਰ ਦੀ ਲੋੜ ਨਹੀਂ, ਤੁਹਾਡੇ ਅਹਿਸਾਨ ਦੀ ਲੋੜ ਨਹੀਂ, ਤੁਹਾਡੀ ਸੰਗਤ ਦੇ ਮੈਂ ਜਾ ਕੇ ਨਿਰਭਰ ਨਹੀਂ ਹੋਵਾਂਗੀ। ਮੈਂ ਰਵਾਂਗੀ ਉੱਥੇ ਜਿੱਥੇ ਕੋਈ ਨਹੀਂ ਜਾਣਦਾ ਹੈ। ਇਮ ਪ੍ਰਣ ਕਰ ਕਸਵਾਇਓ ਡੋਰਾ। ਕਹਿਣ ਲੱਗੇ ਵੀ ਇਸ ਤਰ੍ਹਾਂ ਬੀਬੀ ਰਾਜ ਕੌਰ ਨੇ ਕਰਕੇ ਨਾ ਪ੍ਰਣ ਵੀ ਮੈਂ ਉੱਥੇ ਜਾਣਾ ਜਿੱਥੇ ਤੁਹਾਨੂੰ ਰਾਮ ਰਾਏ ਕੋਈ ਨਾ ਜਾਣਦਾ ਹੋਵੇ, ਉੱਥੇ ਨਹੀਂ ਜਾਣਾ ਜਿੱਥੇ ਲੋਕ ਤੁਹਾਨੂੰ ਜਾਣਦੇ ਹੋਣਗੇ। ਆਪਣਾ ਡੋਲਾ ਜਿਹਦੇ ਵਿੱਚ ਬੈਠ ਕੇ ਤੁਰਨਾ ਕਹਿ ਕੇ ਉਸ ਵੇਲੇ ਤਿਆਰ ਕਰਵਾਇਆ ਹੈ। ਲੈ ਕੁਛ ਦਾਸ ਚਲੀ ਗਿਰ ਤੇ ਔਰਾ। ਕੁਝ ਕੁ ਨਾਲ ਸੇਵਾਦਾਰ ਲੈ ਕੇ ਤੇ ਜਿੱਧਰ ਨੂੰ ਪਹਾੜ ਹੈ ਨਾ ਉਧਰ ਨੂੰ ਚੱਲ ਪਈ ਹੈ। ਤੀਰ ਤੀਰ ਸੈਲਨ ਕੇ ਜਾਤ। ਤੇ ਪਹਾੜਾਂ ਦੇ ਨਾਲ ਹੁੰਦੀ ਹੋਈ ਇਹ ਅੱਗੇ ਨੂੰ ਤੁਰੀ ਜਾਂਦੀ ਹੈ। ਉਤਰੈ ਕਹੂੰ ਬਸਨ ਹਿਤ ਰਾਤ। ਤੇ ਜਿੱਥੇ ਕਿਤੇ ਰਾਤ ਪੈ ਜਾਂਦੀ ਹੈ ਉੱਥੇ ਉਤਰ ਪੈਂਦੀ ਹੈ, ਤੇ ਰਾਤ ਰਹਿ ਕੇ ਤੇ ਅਗਲੇ ਦਿਨ ਫਿਰ ਸਵੇਰੇ ਅੱਗੇ ਸਫ਼ਰ ਤੇ ਤੁਰ ਪੈਂਦੀ ਹੈ। ਬਸ ਹੈ ਸਿੱਖ ਤਹਿ ਸੁਨ ਕਰ ਆਵੇ। ਤੇ ਜਿੱਥੇ ਰਾਤ ਰਹਿੰਦੀ ਹੈ ਨਾ ਉੱਥੇ ਜਾ ਕੇ ਪੁੱਛ ਲੈਂਦੀ ਹੈ ਵੀ ਇੱਥੇ ਰਾਮ ਰਾਏ ਨੂੰ ਕੋਈ ਜਾਣਦਾ? ਉਹ ਪਿੰਡ ਵਾਲੇ ਕਹਿੰਦੇ ਵੀ ਹਾਂ ਅਸੀਂ ਰਾਮ ਰਾਏ ਨੂੰ ਜਾਣਦੇ। ਤੇ ਫਿਰ ਆਪਣੇ ਦਾਸਾਂ ਨੂੰ ਕਹਿੰਦੀ ਵੀ ਚੁੱਕੋ ਡੋਲਾ ਇੱਥੋਂ, ਇੱਥੇ ਨਹੀਂ ਰਹਿਣਾ, ਇੱਥੇ ਰਾਮ ਰਾਏ ਨੂੰ ਲੋਕ ਜਾਣਦੇ ਨੇ, ਆਪਾਂ ਇੱਥੋਂ ਵੀ ਅੱਗੇ ਚੱਲੀਏ, ਅੱਗੇ ਜਾ ਕੇ ਪੁੱਛਾਂਗੇ ਵੀ ਰਾਮ ਰਾਏ ਨੂੰ ਕੋਈ ਜਾਣਦਾ ਹੈ ਕਿ ਨਹੀਂ। ਜਿੱਥੇ ਰਾਤ ਨੂੰ ਰਹਿੰਦੀ ਹੈ ਉੱਥੇ ਪੁੱਛ ਲੈਂਦੀ ਹੈ ਵੀ ਮੇਰੇ ਪਤੀ ਰਾਮ ਰਾਏ ਨੂੰ ਕੋਈ ਜਾਣਦਾ ਹੈ? ਲੋਕ ਆਖਦੇ ਵੀ ਜਾਣਦੇ ਆ। ਕਹਿਣ ਲੱਗੇ ਫਿਰ ਇੱਥੇ ਨਹੀਂ ਰਹਿਣਾ, ਚਲੋ ਅੱਗੇ ਚੱਲਣਾ ਕਰੀਏ। ਜਥਾ ਸ਼ਕਤ ਕੁਛ ਭੇਟ ਚੜਾਵੇ। ਅਤੇ ਲੋਕ ਫਿਰ ਆ ਜਾਂਦੇ ਵੀ ਰਾਮ ਰਾਏ ਦੀ ਪਤਨੀ ਆਈ ਹੈ, ਇਹਨੂੰ ਆ ਕੇ ਲੋਕ ਮੱਥਾ ਟੇਕਦੇ, ਲਿਆ ਕੇ ਪੈਸੇ ਇਹਦੇ ਅੱਗੇ ਰੱਖਦੇ ਹਨ। ਤਹਿ ਤੇ ਭਿੱਖ ਉਠਵਾਵੇ ਡੋਰਾ। ਤੇ ਕਹਿਣ ਲੱਗੇ ਵੀ ਉੱਥੋਂ ਕਹਿ ਕੇ ਨਾ ਇਹ ਕਹਿੰਦੀ ਵੀ ਨਹੀਂ ਇੱਥੇ ਰਹਿਣਾ ਹੀ ਨਹੀਂ ਹੈ, ਚੁੱਕੋ ਇੱਥੋਂ ਇਹ ਮੇਰਾ ਡੋਲਾ ਜਿਹਦੇ ਵਿੱਚ ਮੈਂ ਬੈਠਣਾ ਹੈ। ਤੇ ਚੁਕਵਾ ਲੈਂਦੀ ਹੈ ਤੇ ਅਗਲੇ ਪਿੰਡ ਉੱਥੇ ਜਾਣਾ ਜਿੱਥੇ ਰਾਮ ਰਾਏ ਨੂੰ ਕੋਈ ਜਾਣਦਾ ਨਾ ਹੋਵੇ। ਇੱਕ ਪਿੰਡ ਤੋਂ ਦੂਜਾ ਪਿੰਡ, ਦੂਜੇ ਤੋਂ ਤੀਜਾ ਪਿੰਡ, ਇਸ ਤਰ੍ਹਾਂ ਸਫ਼ਰ ਦੇ ਉੱਪਰ ਰਾਜ ਕੌਰ ਤੁਰੀ ਜਾਂਦੀ ਹੈ। ਨਹੀਂ ਲੇਤ ਕਿਸ ਪਾਸ ਅਕੌਰਾ। ਪਰ ਕਿਸੇ ਦੇ ਕੋਲੋਂ ਇਹਨੇ ਭੇਟ ਨਹੀਂ ਲਈ ਹੈ। ਜਦੋਂ ਰਾਮ ਰਾਏ ਦੀ ਸੰਗਤ ਨੂੰ ਪਤਾ ਲੱਗਦਾ ਨਾ ਵੀ ਸਾਡੇ ਗੁਰੂ ਦੀ ਪਤਨੀ ਆਈ ਹੈ ਤੇ ਲੋਕ ਜਾ ਕੇ ਮੱਥਾ ਟੇਕਦੇ ਪੈਸਿਆਂ ਦਾ, ਇਹ ਪੈਸੇ ਚੁੱਕਦੀ ਨਹੀਂ ਹੈ, ਉੱਥੇ ਹੀ ਪੈ ਰਹਿੰਦੇ ਵੀ ਇਹ ਪੈਸੇ ਨਹੀਂ ਮੈਂ ਲੈਣੇ, ਇਹ ਪੈਸੇ ਤੁਸੀਂ ਮੈਨੂੰ ਤਾਂ ਟੇਕੇ ਨੇ, ਤੁਸੀਂ ਮੈਨੂੰ ਰਾਮ ਰਾਏ ਦੀ ਪਤਨੀ ਜਾਣ ਕੇ ਮੇਰਾ ਸਤਿਕਾਰ ਕਰਦੇ ਹੋ, ਪਰ ਮੈਂ ਰਾਮ ਰਾਏ ਦੀ ਮੰਨਣ ਵਾਲੇ ਲੋਕਾਂ ਦੀ ਮਾਇਆ ਨਹੀਂ ਲਵਾਂਗੀ, ਤੇ ਨਾ ਹੀ ਮੈਂ ਰਾਮ ਰਾਏ ਦੇ ਆਸਾਨ ਦੇ ਥੱਲੇ ਰਹਿਣਾ ਚਾਹੁੰਦੀ ਹਾਂ। ਕਿਤ ਕਿਤ ਨਿਸਾ ਬਸੈ ਤੁਮ ਹੋਏ। ਜਿੱਥੇ ਕਿਤੇ ਰਾਤ ਪੈਂਦੀ ਉੱਥੇ ਰਾਤ ਰਹਿ ਕੇ ਬਤੀਤ ਕਰ ਦਿੰਦੇ ਹਨ। ਖੋਜਤ ਥਲ ਜਹ ਸਿੱਖ ਕੋ ਤੇ ਕੋਏ। ਜਿੱਥੇ ਸਿੱਖ ਦਾ ਘਰ ਹੋਵੇ ਵੇਖ ਕੇ ਰਾਤ ਬਤੀਤ ਕਰਦੇ ਹਨ। ਬਹੁਤੇ ਗ੍ਰਾਮ ਨਗਰ ਫਿਰਹੇ। ਇਸ ਤਰ੍ਹਾਂ ਕਈ ਤਰ੍ਹਾਂ ਦੇ ਪਿੰਡ ਜਿਹੜੇ ਨੇ ਉਹ ਫਿਰੇ ਤੇ ਵੇਖੇ ਹਨ। ਇਮ ਚਲ ਆਈ ਦੂਰ ਬਡੇਰੇ। ਤੇ ਚਲਦਿਆਂ ਨਾ ਦੇਹਰਾਦੂਨ ਤੋਂ ਚੱਲੀ ਹੈ, ਪਹਾੜ ਦੇ ਨਾਲ ਹੁੰਦੀ ਹੋਈ ਕਈ ਪਿੰਡਾਂ ਤੋਂ ਤੁਰ ਕੇ ਤੇ ਅੱਗੇ ਨੂੰ ਤੁਰੀ ਜਾਂਦੀ ਹੈ। ਮਿਲ ਸਿੱਖ ਜੋਤ ਤੁਰਤ ਉੱਠ ਚਾਲੈ। ਤੇ ਜਿੱਥੇ ਪਤਾ ਲੱਗਦਾ ਵੀ ਇੱਥੇ ਰਾਮ ਰਾਏ ਦੇ ਸਿੱਖ ਰਹਿੰਦੇ ਨੇ, ਬਹੁਤੀ ਭੀੜ ਇਕੱਠੀ ਹੋ ਜਾਂਦੀ ਹੈ। ਲੋਕਾਂ ਨੂੰ ਇਹ ਹੁੰਦਾ ਵੀ ਰਾਮ ਰਾਏ ਜੀ ਦੀ ਪਤਨੀ ਆਈ ਹੈ, ਲੋਕ ਇਕੱਠੇ ਹੋ ਜਾਂਦੇ। ਜਦੋਂ ਪਤਾ ਲੱਗਦਾ ਇਸ ਬੀਬੀ ਰਾਜ ਕੌਰ ਨੂੰ ਵੀ ਇੱਥੇ ਲੋਕ ਇਕੱਠੇ ਹੋ ਗਏ, ਉੱਥੋਂ ਆਪਣੀ ਪਾਲਕੀ ਚੁਕਵਾ ਕੇ ਤੇ ਅੱਗੇ ਚਲੇ ਜਾਂਦੇ ਹਨ। ਤਿਮਰ ਪਰਵਰਤੇ ਡੇਰਾ ਘਾਲੈ। ਤੇ ਰਹਿੰਦੀ ਰਾਤ ਨੂੰ ਉੱਥੇ ਜਾ ਕੇ ਆ ਜਿੱਥੇ ਹਨੇਰਾ ਹੋ ਜਾਵੇ, ਤਾਂ ਕਿ ਲੋਕਾਂ ਨੂੰ ਬਹੁਤਾ ਪਤਾ ਨਾ ਲੱਗੇ। ਜਿੰਨੇ ਚਿਰ ਨੂੰ ਸਵੇਰੇ ਪਤਾ ਲੱਗਣਾ ਉਹਨੇ ਚਿਰ ਨੂੰ ਆਪਣਾ ਡੋਲਾ ਚੁਕਵਾ ਕੇ ਪਾਲਕੀ ਚੁਕਵਾ ਕੇ ਤੇ ਅਗਲੇ ਪਿੰਡ। ਇਸ ਤਰ੍ਹਾਂ ਇਹ ਬੀਬੀ ਤੁਰੀ ਜਾਂਦੀ ਹੈ। ਗਮਨਤ ਆਈ ਤੇਵਾ। ਕਹਿਣ ਲੱਗੇ ਵੀ ਚਲਦਿਆਂ ਕਹਿਣ ਲੱਗੇ ਵੀ ਕਈ ਪਿੰਡਾਂ ਵਿੱਚੋਂ ਬੀਬੀ ਜਿਹੜੀ ਹੈ ਆਪਣੀ ਪਾਲਕੀ ਵਿੱਚ ਬੈਠੀ ਹੋਈ ਤੁਰੀ ਆਉਂਦੀ ਹੈ। ਮਨਸਾ ਦੇਵੀ ਮੰਦਰ ਜਿਹਵਾ। ਤੇ ਕਹਿਣ ਲੱਗੇ ਇੱਕ ਪਿੰਡ ਆ ਗਿਆ ਜੀ, ਮਨਸ਼ਾ ਦੇਵੀ ਇੱਕ ਦੇਵੀ ਦਾ ਨਾਮ ਹੈ, ਉਹਦਾ ਮੰਦਰ ਬੜਾ ਵੱਡਾ ਬਣਿਆ ਹੋਇਆ ਹੈ। ਇਹ ਬੀਬੀ ਰਾਜ ਕੌਰ ਚੱਲ ਕੇ ਉੱਥੇ ਆ ਗਈ ਹੈ। ਮਨੂ ਮਾਜਰਾ ਪੁਰਤੇ ਪਾਸ। ਤੇ ਕਹਿਣ ਲੱਗੇ ਵੀ ਉਹ ਪਿੰਡ ਦਾ ਨਾਮ ਗੁਰਮੁਖੋ ਮਣੀ ਮਾਜਰਾ ਹੈ। ਮਣੀ ਮਾਜਰਾ ਕੋਈ ਪਿੰਡ ਹੈ। ਕਹਿਣ ਲੱਗੇ ਵੀ ਉੱਥੇ ਇਹ ਮਨਸ਼ਾ ਦੇਵੀ ਦਾ ਬੜਾ ਵੱਡਾ ਮੰਦਰ ਬਣਿਆ ਹੋਇਆ ਹੈ। ਇਤਿਹਾਸ ਦੇ ਵਿੱਚ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਵੀ ਇਹ ਰਾਜ ਕੌਰ ਜਿਹੜੀ ਬੀਬੀ ਹੈ ਨਾ, ਬਾਬਾ ਰਾਮ ਰਾਏ ਦੀ ਪਤਨੀ ਘਰ ਵਾਲੀ, ਇਹ ਦੇਹਰਾਦੂਨ ਤੋਂ ਚੱਲੀ ਹੈ। ਪਹਾੜ ਦੇ ਨਾਲ ਕਈ ਪਿੰਡਾਂ ਵਿੱਚੋਂ ਉਤਰਦੀ ਹੈ ਰਾਤ ਨੂੰ, ਜਿੱਥੋਂ ਹਨੇਰਾ ਹੋ ਜਾਂਦਾ ਰਾਤ ਕੱਟਣ ਵਾਸਤੇ। ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਰਾਮ ਰਾਏ ਜੀ ਦੀ ਪਤਨੀ ਹੈ, ਲੋਕ ਸਵੇਰ ਨੂੰ ਇਕੱਠੇ ਹੁੰਦੇ ਮੱਥਾ ਟੇਕਣ ਵਾਸਤੇ। ਲੋਕਾਂ ਦੇ ਇਕੱਠੇ ਹੁੰਦਿਆਂ ਇਹ ਆਪਣੀ ਪਾਲਕੀ ਚੁਕਵਾਉਂਦੀ ਹੈ ਤੇ ਉੱਥੋਂ ਅਗਲੇ ਪਿੰਡ ਚਲੇ ਜਾਂਦੇ।
ਹਰੇਕ ਪਿੰਡ ਵਿੱਚ ਜਾ ਕੇ ਪੁੱਛਿਆ ਜਾਂਦਾ ਹੈ, ਇੱਥੇ ਰਾਮ ਰਾਏ ਨੂੰ ਕੋਈ ਜਾਣਦਾ ਹੈ? ਲੋਕ ਆਖਦੇ ਹਾਂ ਅਸੀਂ ਜਾਣਦੇ ਹਾਂ। ਇਹ ਬੀਬੀ ਫਿਰ ਆਖਦੀ ਆ ਵੀ ਇੱਥੇ ਨਹੀਂ ਮੈਂ ਰਹਿਣਾ, ਇੱਥੇ ਰਾਮ ਰਾਏ ਨੂੰ ਲੋਕ ਜਾਣਦੇ। ਫਿਰ ਅਗਲੇ ਪਿੰਡ, ਫਿਰ ਉਸ ਤੋਂ ਅਗਲੇ ਪਿੰਡ, ਕਈ ਪਿੰਡਾਂ ਵਿੱਚੋਂ ਹੋ ਕੇ ਮਣੀ ਮਾਜਰਾ ਪਿੰਡ, ਕਹਿੰਦੇ ਅੰਬਾਲਾ ਜ਼ਿਲ੍ਹੇ ਦੇ ਅੰਦਰ ਇਹ ਪਿੰਡ ਪੈਂਦਾ ਹੈ। ਸੋ ਅੰਬਾਲਾ ਜ਼ਿਲ੍ਹਾ ਲਿਖਿਆ ਹੈ, ਜਾਂ ਕਹਿਣ ਲੱਗੇ ਵੀ ਇਸ 'ਤੇ ਕੈਂਥਲ ਜਿਹੜਾ ਹੈ ਨਾ, ਕੈਂਥਲ ਰਾਜੇ ਦੀ ਪਹਿਲਾਂ ਰਿਆਸਤ ਵਿੱਚ ਇਹ ਪਿੰਡ ਆਉਂਦਾ ਸੀ, ਅਤੇ ਬਾਅਦ ਵਿੱਚ ਜ਼ਿਲ੍ਹੇ ਬਣ ਗਿਆ, ਅਤੇ ਫਿਰ ਅੰਬਾਲੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਆਉਂਦਾ। ਮਣੀ ਮਾਜਰਾ ਉਹ ਪਿੰਡ ਦਾ ਨਾਮ ਹੈ। ਮਨਸ਼ਾ ਦੇਵੀ ਨਾਮ ਦੀ ਇੱਕ ਦੇਵੀ ਦਾ ਉੱਥੇ ਬੜਾ ਵੱਡਾ ਮੰਦਿਰ ਬਣਿਆ ਹੋਇਆ। ਅਤੇ ਬੀਬੀ ਰਾਜ ਕੌਰ ਚਲਦੀ ਚਲਦੀ ਕਹਿਣ ਲੱਗੇ ਵੀ ਇੱਥੇ ਸੋ ਜਿਹੜਾ ਪਿੰਡ ਹੈ ਮਣੀ ਮਾਜਰਾ, ਉੱਥੇ ਆ ਕੇ ਪਹੁੰਚੇ ਹਨ। ਉਤਰੀ ਤਹਾਂ ਜਾਏ ਤਹਿ ਬਾਸ। ਅਤੇ ਉੱਥੇ ਜਾ ਕੇ ਉਤਰੀ ਹੈ ਆਪਣਾ ਵਾਸਾ ਕਰਨ ਵਾਸਤੇ, ਰਾਤ ਕੱਟਣ ਵਾਸਤੇ। ਕੌਣ ਇਹ ਬੂਝੋ ਆਨ। ਅਤੇ ਉਸ ਵੇਲੇ ਕਿਸੇ ਬੰਦੇ ਨੇ ਆ ਕੇ ਪੁੱਛ ਲਿਆ, ਮਣੀ ਮਾਜਰੇ ਕਿਸੇ ਵਿਅਕਤੀ ਨੇ ਪੁੱਛਿਆ ਵੀ ਇਹ ਕੌਣ ਹੈ ਬੀਬੀ, ਭਾਈ ਕਿੱਥੋਂ ਆਈ ਹੈ? ਕਿਸੇ ਨੇ ਆ ਕੇ ਪੁੱਛਿਆ ਹੈ। ਮਾਨਵ ਮਿਲੇ ਕਿਤਕ ਤਿਸ ਥਾਨ। ਅਤੇ ਕਈ ਲੋਕ ਪਿੰਡ ਦੇ ਇਕੱਠੇ ਹੋ ਗਏ। ਜਦੋਂ ਵੇਖਿਆ ਪਾਲਕੀ ਉਤਰੀ ਹੈ, ਕੁਝ ਸੇਵਕ ਨੇ, ਇੱਕ ਬੀਬੀ ਉਤਰੀ ਹੈ, ਅਤੇ ਇਹ ਜਿਹੜੇ ਮਣੀ ਮਾਜਰੇ ਦੇ ਲੋਕ ਸਨ ਇਕੱਠੇ ਹੋ ਕੇ ਉਸ ਵੇਲੇ ਆ ਕੇ ਮਿਲੇ ਹਨ। ਕਹਿਓ ਕਹਾਰਨ ਬਚਤੀ ਸਬੇਰੀ। ਉਸ ਵੇਲੇ ਜਿਹੜੇ ਕੁਹਾਰ ਸੀ ਨਾ ਪਾਲਕੀ ਚੁੱਕਣ ਵਾਲੇ, ਉਹਨਾਂ ਤੋਂ ਪੁੱਛਿਆ ਮਣੀ ਮਾਜਰੇ ਦੇ ਲੋਕਾਂ ਨੇ ਵੀ ਇਹ ਕੌਣ ਬੀਬੀ ਆਈ ਹੈ ਜੀ ਪਾਲਕੀ 'ਚ ਬੈਠ ਕੇ? ਅਤੇ ਉਹ ਜਿਹੜੇ ਕੁਹਾਰ ਸਨ ਉਸ ਵੇਲੇ ਕਹਿਣ ਲੱਗੇ ਹਨ, ਪਤਨੀ ਰਾਮ ਰਾਏ ਗੁਰ ਕੇਰੀ। ਇਹ ਬਾਬਾ ਰਾਮ ਰਾਏ ਜੀਆਂ ਦੀ ਪਤਨੀ ਹੈ। ਜਿਹੜੇ ਬਾਬਾ ਰਾਮ ਰਾਏ ਜੀ ਗੁਰੂ ਨੇ ਨਾ, ਉਹਨਾਂ ਦੀ ਇਹ ਪਤਨੀ ਹੈ। ਬਸਿਓ ਚਾਹਤ ਤੁਮਰੇ ਪੁਰ। ਇਹ ਤੁਹਾਡੇ ਪਿੰਡ ਦੇ ਵਿੱਚ, ਇੱਥੇ ਮਣੀ ਮਾਜਰੇ ਵਿੱਚ ਰਹਿਣਾ ਚਾਹੁੰਦੇ ਹਨ। ਕਰਨ ਸਦਨ ਕੇ ਬਾਂਛਾ ਉਰਮਹਿ। ਤੇ ਇੱਥੇ ਚਾਹੁੰਦੇ ਨੇ ਵੀ ਆਪਾਂ ਪਿੰਡ ਦੇ ਵਿੱਚ ਇੱਥੇ ਰਹਿਣਾ ਕਰੀਏ। ਸੁਨ ਕਰ ਨਗਨ ਅਨਾਦਰ ਕਰਿਓ। ਉਸ ਵੇਲੇ ਉਹ ਜਿਹੜੇ ਲੋਕ ਸਨ ਨਾ ਪਿੰਡ ਦੇ ਮਣੀ ਮਾਜਰੇ ਦੇ, ਜਦੋਂ ਆਖਿਆ ਨਾ ਵੀ ਇਹ ਗੁਰੂ ਰਾਮ ਰਾਏ ਦੀ ਪਤਨੀ ਹੈ, ਤੇ ਉਹਨਾਂ ਨੇ ਬੜਾ ਅਨਾਦਰ ਕਰਦਿਆਂ ਹੋਇਆ, ਅਨਾਦਰ ਤੋਂ ਭਾਵ ਹੁੰਦਾ ਵੀ ਆਦਰ ਨਾ ਕਰਨਾ, ਬੜਾ ਬੇਰੁੱਖਾ ਜਿਹਾ ਬੋਲੇ, ਉਲਟਾ ਜਿਹਾ ਬੋਲੇ, ਭੈੜਾ ਜਿਹਾ ਹੀ ਬੋਲੇ। ਰਾਮ ਰਾਏ ਦਾ ਨਾਦਰ ਕਰਦਿਆਂ ਹੋਇਆ, ਬੇਅਦਬੀ ਕਰਦਿਆਂ ਹੋਇਆ, ਮਾੜਾ ਕਹਿੰਦਿਆਂ ਹੋਇਆ ਕਹਿਣ ਲੱਗੇ ਹਨ, ਕੌਣ ਗੁਰੂ ਹਮ ਭਾਉ ਨ ਧਰਿਓ। ਕਹਿਣ ਲੱਗੇ ਕਿਹੜਾ ਗੁਰੂ ਤੇ ਕਿਹੜਾ ਰਾਮ ਰਾਏ? ਅਸੀਂ ਨਹੀਂ ਜਾਣਦੇ ਕਿਸੇ ਰਾਮ ਰਾਏ ਨੂੰ, ਸਾਨੂੰ ਨਹੀਂ ਪਤਾ ਵੀ ਉਹ ਗੁਰੂ ਹੈ ਕਿ ਕੌਣ ਹੈ, ਅਸੀਂ ਨਹੀਂ ਜਾਣਦੇ। ਮਣੀ ਮਾਜਰੇ ਦੇ ਲੋਕਾਂ ਨੇ ਆਖਿਆ, ਕਹਿਣ ਲੱਗੇ ਵੀ ਅਸੀਂ ਨਹੀਂ ਜਾਣਦੇ ਕੌਣ ਹੈ ਰਾਮ ਰਾਏ, ਕਿਹੜਾ ਉਹ ਗੁਰੂ ਹੈ, ਅਸੀਂ ਉਸ ਨੂੰ ਜਾਣਦੇ ਨਹੀਂ ਹਾਂ। ਕਰ ਜਾਓ ਉਠਾਵੋ ਡੋਰਾ। ਇਹ ਚੱਕ ਲਓ ਪਾਲਕੀ ਤੇ ਚੱਕ ਕੇ ਇੱਥੋਂ ਚਲੇ ਜਾਓ, ਸਾਡੇ ਪਿੰਡ ਰਹਿਣਾ ਹੀ ਨਾ ਕਰੋ, ਅਸੀਂ ਤੁਹਾਨੂੰ ਆਪਣੇ ਪਿੰਡ ਰਹਿਣ ਹੀ ਨਹੀਂ ਦੇਣਾ। ਤੁਸੀਂ ਆਖਿਆ ਨਾ ਵੀ ਇਹ ਗੁਰੂ ਰਾਮ ਰਾਏ ਦੀ ਪਤਨੀ ਹੈ, ਕਿਹੜਾ ਗੁਰੂ ਰਾਮ ਰਾਏ? ਨਾ ਅਸੀਂ ਰਾਮ ਰਾਏ ਨੂੰ ਜਾਣੀਏ, ਨਾ ਸਾਨੂੰ ਪਤਾ ਵੀ ਉਹ ਗੁਰੂ ਹੈ ਕਿ ਚੇਲਾ ਕੌਣ ਹੈ, ਸਾਨੂੰ ਨਹੀਂ ਪਤਾ ਇਸ ਗੱਲ ਦਾ। ਪਰ ਇਹ ਆ ਵੀ ਸਾਡੇ ਪਿੰਡ ਰਵੋ ਨਾ, ਇੱਥੋਂ ਚੁੱਕੋ ਪਾਲਕੀ ਤੇ ਇੱਥੋਂ ਅੱਗੇ ਜਾਣਾ ਕਰੋ। ਹਮ ਨਹਿ ਮਾਨੈ ਹਵੈ ਕਿਸ ਔਰਾ। ਅਸੀਂ ਨਹੀਂ ਮੰਨਦੇ, ਹੋਵੇਗਾ ਕੋਈ ਭਾਈ ਰਾਮ ਰਾਏ, ਅਸੀਂ ਕੀ ਲੈਣਾ? ਰਾਮ ਰਾਏ ਕੋਈ ਹੋਵੇ, ਭਾਵੇਂ ਉਹ ਗੁਰੂ ਹੋਵੇ ਤੇ ਭਾਵੇਂ ਕੁਝ ਹੋਵੇ, ਸਾਨੂੰ ਨਾ ਪੁੱਛਣ ਦੀ ਲੋੜ ਹੈ ਤੇ ਨਾ ਸਾਨੂੰ ਮੰਨਣ ਦੀ ਲੋੜ ਹੈ। ਕੋਈ ਹੋਵੇਗਾ, ਪਰ ਅਸੀਂ ਇਸ ਬੀਬੀ ਨੂੰ ਇੱਥੇ ਰਹਿਣ ਨਹੀਂ ਦੇਣਾ ਹੈ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਜਿਹੜੇ ਮਣੀ ਮਾਜਰੇ ਦੇ ਲੋਕ ਨੇ ਨਾ, ਇਹ ਬੀਬੀ ਰਾਜ ਕੌਰ ਦੀ ਜਿਹੜੀ ਹੈ ਨਾ, ਇਹ ਸੁਪਤਨੀ ਹੈ ਬਾਬਾ ਰਾਮ ਰਾਏ ਜੀ ਦੇ। 4 ਵਿਆਹ ਸਨ ਤੇ ਸਭ ਤੋਂ ਵੱਡੀ ਪਤਨੀ ਹੈ। ਬਾਬਾ ਰਾਮ ਰਾਏ ਨਾਲ ਝਗੜਾ ਹੋ ਗਿਆ ਤੇ ਛੱਡ ਕੇ ਉੱਥੋਂ ਤੁਰੇ ਤੇ ਆਖਿਆ ਵੀ ਉੱਥੇ ਰਵਾਂਗੇ ਜਿੱਥੇ ਤੁਹਾਨੂੰ ਕੋਈ ਨਾ ਜਾਣਦਾ ਹੋਵੇ, ਤੁਹਾਡਾ ਅਹਿਸਾਨ ਨਹੀਂ ਲੈਣਾ ਹੈ। ਚਲਦਿਆਂ ਚਲਦਿਆਂ ਮਣੀ ਮਾਜਰੇ ਪਹੁੰਚ ਗਏ ਨੇ। ਇੱਥੇ ਫਿਰ ਕੀ ਕੌਤਕ ਵਰਤਾਉਣਗੇ, ਇਤਿਹਾਸ ਕਿਸ ਪਾਸੇ ਨੂੰ ਮੋੜ ਲਵੇਗਾ, ਇੱਥੇ ਕੀ ਹੁੰਦਾ, ਉਹ ਆਪਾਂ ਕੱਲ੍ਹ ਵਾਲੇ ਦੀਵਾਨ ਵਿੱਚ ਸਰਵਣ ਕਰਾਂਗੇ। ਲਿਖਿਆ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੋ ਆਇਆ ਦੂਰੋਂ ਚੱਲ